देखी प्रेम दी मंजिल बड़ी दूर सजना, 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 प्रेम दी मंजिल बड़ी दूर सजना, देखी प्रेम दी दूर सजना, देखी प्रेम दी मंजिल बड़ी दूर सजना, देखी प्रेम दी मंजिल बड़ी दूर सजना, देखी प्रेम दी बड़ी दूर सजना, देखी प्रेम दी बड़ी दूर सजना, देखी प्रेम दी बड़ी दूर सजना, दूर सजना, दूर सजना, दूर सजना, दूर सजना, ओ देखी दूर सजना, देखी दूर सजना, दूर सजना, देखी दूर सजना, ओ देखी दूर सजना, देखी दूर सजना, देखी दूर सजना, देखी दूर सजना, दूर सजना, दूर सजना, दूर सजना, बड़ी दूर सजना, दूर सजना, दूर सजना, दूर सजना, बड़ी दूर सजना, बड़ी दूर सजना, बड़ी दूर सजना, देखी प्रेम दी मंजिल 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 बड़ी दूर सजना, प्रेम दी मंजिल बड़ी दूर सजना, देखी प्रेम दी मंजिल बड़ी दूर सजना, गरीब सिर साटे की भक्ति है, और कसो नहीं बात, सिर के साटे पाइए अवगत अलख अनाथ, शीस तुम्हारा जाएगा, शीस तुम्हारा जाएगा, कर सतगुर को दान, मेरी मेरा साड़ दे, जो ही गोए मैदान, सिर दित्या साहिब मिल जावे, सस्ता जानी सस्ता जानी, दित्या साहिब मिल जावे,
ਦਿੱਤਿਆ ਸਾਹਿਬ ਮਿਲ ਜਾਵੇ ਸਸਤਾ ਜਾਣੀ ਸਸਤਾ ਜਾਣੀ। ਫਿਰ ਦਿੱਤਿਆ ਸਾਹਿਬ ਮਿਲ ਜਾਵੇ ਸਸਤਾ ਜਾਣੀ ਸਸਤਾ ਜਾਣੀ। ਫਿਰ ਦਿੱਤਿਆ ਸਾਹਿਬ ਮਿਲ ਜਾਵੇ ਸਸਤਾ ਜਾਣੀ ਸਸਤਾ ਜਾਣੀ। ਫਿਰ ਦਿੱਤਿਆ ਸਾਹਿਬ ਮਿਲ ਜਾਵੇ ਸਸਤਾ ਜਾਣੀ ਸਸਤਾ ਜਾਣੀ। ਦਿੱਤਿਆ ਸਾਹਿਬ ਮਿਲ ਜਾਵੇ ਸਸਤਾ ਜਾਣੀ ਸਸਤਾ ਜਾਣੀ। ਫਿਰ ਦਿੱਤਿਆ ਸਾਹਿਬ ਮਿਲ ਜਾਵੇ ਸਸਤਾ ਜਾਣੀ ਸਸਤਾ ਜਾਣੀ। ਫਿਰ ਦਿੱਤਿਆ ਸਾਹਿਬ ਮਿਲ ਜਾਵੇ ਸਸਤਾ ਜਾਣੀ ਸਸਤਾ ਜਾਣੀ। ਫਿਰ ਦਿੱਤਿਆ ਸਾਹਿਬ ਮਿਲ ਜਾਵੇ ਸਸਤਾ ਜਾਣੀ ਸਸਤਾ ਜਾਣੀ। ਫਿਰ ਦਿੱਤਿਆ ਸਾਹਿਬ ਮਿਲ ਜਾਵੇ ਸਸਤਾ ਜਾਣੀ ਸਸਤਾ ਜਾਣੀ। ਸਸਤਾ ਜਾਣੀ ਸਸਤਾ ਜਾਣੀ ਸਸਤਾ ਜਾਣੀ ਸਸਤਾ ਜਾਣੀ। ਸਸਤਾ ਜਾਣੀ 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 ਸਸਤਾ ਸਾਰੇ ਜਾਣੀ ਬੋਲੋ। ਸਸਤਾ ਜਾਣੀ 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 ਸਸਤਾ ਜਾਣੀ। ਦਿੱਤਿਆ ਸਾਹਿਬ ਮਿਲ ਜਾਵੇ ਸਸਤਾ ਜਾਣੀ ਸਸਤਾ ਜਾਣੀ। ਫਿਰ ਦਿੱਤਿਆ ਸਾਹਿਬ ਮਿਲ ਜਾਵੇ ਸਸਤਾ ਜਾਣੀ ਸਸਤਾ ਜਾਣੀ। ਦਿੱਤਿਆ ਸਾਹਿਬ ਮਿਲ ਜਾਵੇ ਸਸਤਾ ਜਾਣੀ ਸਸਤਾ ਜਾਣੀ। ਫਿਰ ਦਿੱਤਿਆ ਸਾਹਿਬ ਮਿਲ ਜਾਵੇ ਸਸਤਾ ਜਾਣੀ ਸਸਤਾ ਜਾਣੀ। ਫਿਰ ਦਿੱਤਿਆ ਸਾਹਿਬ ਮਿਲ ਜਾਵੇ ਸਸਤਾ ਜਾਣੀ ਸਸਤਾ ਜਾਣੀ। ਫਿਰ ਦਿੱਤਿਆ ਸਾਹਿਬ ਮਿਲ ਜਾਵੇ ਸਸਤਾ ਜਾਣੀ ਸਸਤਾ ਜਾਣੀ। ਸਿਰ ਸਾਟੇ ਕੀ ਭਗਤੀ ਹੈ ਔਰ ਕਸੂ ਨਹੀਂ ਸਿਰ ਕੇ ਸਾਟੇ ਆਈ ਹੈ ਅਵਗਤ ਅਲਛਨਾਥ। ਧੰਨ ਧੰਨ ਜਗਤ ਗੁਰੂ ਬਾਬਾ ਗਰੀਬਦਾਸ ਮਹਾਰਾਜ ਜੀ ਦੀ ਅੰਮ੍ਰਿਤਮਈ ਬਾਣੀ। ਸੰਤ ਮੰਡਲ ਮੰਗਲਮय ਮੂਰਤੀ ਮਾਤਾਵੋ ਦੇਵੀਓ ਪ੍ਰੇਮੀ ਸੱਜਣੋ, ਆਪ ਸਭ ਸੰਗਤਾਂ ਬੜੇ ਹੀ ਉੱਤਮ ਕਰਮਾਂ ਵਾਲੇ ਹੋ, ਭਾਗਾਂ ਵਾਲੇ ਹੋ, ਜੋ ਕਿ 3 ਦਿਨਾਂ ਤੋਂ ਲੈ ਕੇ ਸਤਿਗੁਰਾਂ ਦੀ ਬਾਣੀ ਦੇ ਨਾਲ ਜੁੜੇ ਤੇ ਨਾਲ ਦੀ ਨਾਲ ਕਲਯੁਗ ਮੇ ਕੀਰਤਨ ਪ੍ਰਧਾਨਾ ਗੁਰਮੁਖ ਜਪੀਐ ਲਾਇ ਧਿਆਨਾ। ਨਾਲ ਦੇ ਨਾਲ ਆਪ ਸਭ ਸੰਗਤਾਂ ਹਰੀ ਜਸ ਦੇ ਵਿੱਚ ਜੁੜੇ, ਸੰਧਿਆ ਆਰਤੀ ਦੇ ਵਿੱਚ ਜੁੜੇ, ਨਿਰਵਿਘਨ ਸਤਿਗੁਰਾਂ ਦੀ ਬਾਣੀ ਨੂੰ ਭੋਗ ਲੱਗੇ ਨੇ। ਆਦਿ ਤੋਂ ਮੱਧ, ਮੱਧ ਤੋਂ ਅੰਤ, ਭੋਗਾਂ ਤੋਂ ਉਪਰੰਤ ਸਾਡੇ ਅਵਧੂਤ ਜੀ ਮਹਾਰਾਜ, ਅਵਧੂਤ ਅਮਰਦਾਸ ਜੀ ਮਹਾਰਾਜ ਰੋਪੜ ਵਾਲੇ, ਜਿਨ੍ਹਾਂ ਨੇ ਆਪ ਸਭ ਸੰਗਤਾਂ ਨੂੰ ਬੜੇ ਪ੍ਰੇਮ ਦੇ ਨਾਲ, ਬੜੇ ਭਾਵ ਦੇ ਨਾਲ ਆਪਣੀਆਂ ਵਿਚਾਰਾਂ, ਆਪਣਾ ਅਨੁਭਵ ਆਪ ਸਭ ਸੰਗਤਾਂ ਨੂੰ ਸਤਸੰਗ ਦੁਆਰਾ ਸੁਣਾਇਆ। ਆਓ ਕੁਝ ਕੁ ਸਮਾਂ ਸਤਿਗੁਰੂ ਜੀ ਕਿਰਪਾ ਕਰਨ, ਆਪਾਂ ਰਲ ਮਿਲ ਕਰਕੇ ਵਿਚਾਰਾਂ ਕਰੀਏ। ਕਿਉਂਕਿ ਜਦੋਂ ਜੀਵ ਦੇ ਭਾਗ ਜਾਗਦੇ ਨੇ
ਉਦੋਂ ਜੀਵ ਨੂੰ ਸਤਸੰਗ ਦੇ ਵਿੱਚ ਜੁੜਨ ਦਾ ਸਮਾਂ ਪ੍ਰਾਪਤ ਹੁੰਦਾ ਹੈ। ਭਾਗਹੀਨ ਕੋ ਨਾ ਮਿਲੇ ਭਲੀ ਵਸਤ ਕਾ ਭੋਗ। ਕਹਿੰਦੇ ਜਿਹੜਾ ਭਾਗਾਂ ਤੋਂ ਹੀਣਾ ਬੰਦਾ ਹੁੰਦਾ ਹੈ, ਕਹਿੰਦੇ ਉਹਨੂੰ ਭਲੀ ਵਸਤੂ ਦਾ ਭੋਗ ਨਹੀਂ ਮਿਲਦਾ, ਉਹਨੂੰ ਧਰਮ ਦਾ ਕਾਰਿਆ ਕਰਨ ਦਾ ਸਮਾਂ ਨਹੀਂ ਮਿਲਦਾ। ਕਈ ਵਾਰ ਆਪਾਂ ਦੇਖਦੇ ਹਾਂ ਪਹੁੰਚ ਵੀ ਜਾਂਦਾ ਹੈ, ਜਿਸ ਤਰ੍ਹਾਂ ਘੀਸਾ ਜੀ ਆਪਣੀ ਬਾਣੀ ਦੇ ਵਿੱਚ ਕਹਿੰਦੇ ਨੇ, ਜਿਨ ਖੋਜਿਆ ਤਿਨ ਪਾਇਆ ਗਹਿਰੇ ਪਾਣੀ ਪੈਠ। ਕਹਿੰਦੇ ਜਿਨ੍ਹਾਂ ਨੇ ਵੀ ਉਸ ਪ੍ਰਮਾਤਮਾ ਨੂੰ ਪਾਇਆ, ਜਿਨ ਖੋਜਿਆ ਤਿਨ ਪਾਇਆ। ਕਹਿੰਦੇ ਜਿਨ੍ਹਾਂ ਨੇ ਖੋਜ ਕਰੀ ਹੈ, ਕਿਉਂਕਿ ਜੇ ਸਾਇੰਸ ਨੇ ਖੋਜ ਕਰੀ ਹੈ ਚੰਦਰਮਾ ਤੱਕ ਪਹੁੰਚ ਗਏ। ਜੇ ਖੋਜ ਕਰੀ, ਆਪਾਂ ਇੱਕ ਗਿੱਠ ਉੱਚੇ ਨਹੀਂ ਧਰਤੀ ਤੋਂ ਉੱਠ ਸਕਦੇ। ਜਿਨ ਖੋਜਿਆ ਤਿਨ ਪਾਇਆ। ਕਹਿੰਦੇ ਜਿਨ੍ਹਾਂ ਨੇ ਖੋਜਿਆ ਉਹਨਾਂ ਨੇ ਪਾਇਆ ਗਹਿਰੇ ਪਾਣੀ ਪੈਠ। ਕਹਿੰਦੇ ਜਿਨ੍ਹਾਂ ਨੇ ਖੋਜਿਆ ਉਹਨਾਂ ਨੇ ਪਾਇਆ ਗਹਿਰੇ ਪਾਣੀ ਦੇ ਵਿੱਚ ਉਤਰ ਕੇ। ਕਹਿਣ ਤੋਂ ਭਾਵ ਆਪਣੇ ਅੰਦਰ ਉਤਰ ਕੇ, ਆਪਣੇ ਅੰਦਰ ਉਤਰ ਕੇ। ਮੈਂ ਬਾਬਰੀ ਢੂੰਡਣ ਗਈ। ਚੱਲੇ ਸਾਰੇ ਘਰ ਤੋਂ, ਬਹੁਤ ਸਾਰੇ ਇੱਥੇ ਵੀ ਘਰੋਂ ਚੱਲ ਕੇ ਆਏ ਹੋਣਗੇ। ਗੁਰੂ ਅਸਥਾਨਾਂ ਤੇ ਬਹੁਤ ਜਾਂਦੇ ਨੇ, ਤੀਰਥਾਂ ਤੇ ਜਾਂਦੇ ਨੇ, ਕੋਈ ਕਿਤੇ ਜਾਂਦਾ, ਕੋਈ ਕਿਤੇ ਜਾਂਦਾ ਹੈ। ਮੈਂ ਬਾਬਰੀ ਢੂੰਡਣ ਗਈ ਰਹੀ ਕਿਨਾਰੇ ਪੈਠ। ਕਹਿੰਦੇ ਵੀ ਢੂੰਡਣ ਵਾਸਤੇ ਚੱਲ ਤਾਂ ਪਏ, ਗੁਰੂ ਦੇ ਦਵਾਰ ਤੇ ਚਲੇ ਤਾਂ ਗਏ, ਪਰ ਉੱਥੇ ਜਾ ਕੇ ਗੋਤਾ ਲਾਇਆ ਹੀ ਨਹੀਂ, ਕਿਨਾਰੇ ਤੇ ਬੈਠ ਕੇ ਗੱਲਾਂ ਮਾਰ ਕੇ ਮੁੜਿਆ ਆਈ। ਕਹਿੰਦੇ ਇਹੋ ਜਿਹਾ ਹਾਲ ਹੀ ਸਾਡਾ ਹੋਇਆ ਪਿਆ। ਤੇ ਪਿਆਰਿਓ, ਘਰ ਤੋਂ ਵੀ ਚੱਲ ਗਏ, ਸੰਸਾਰ ਦੇ ਧੰਦੇ ਵੀ ਛੱਡੇ, ਪਰ ਜਿਹੜੇ ਕੰਮ ਵਾਸਤੇ ਆਇਆ ਸੀ ਉਹ ਪਤਾ ਹੀ ਨਹੀਂ ਮੈਂ ਕੰਮ ਕੀ ਆਇਆ ਸੀ। ਘਰ ਤੋਂ ਵੀ ਆ ਗਿਆ। ਮੈਂ ਬਾਬਰੀ ਢੂੰਡਣ ਗਈ ਤਾਂ ਢੂੰਡਣ ਸੀ, ਇੰਨਾ ਸੀ ਵੀ ਗੁਰੂ ਘਰ ਚੱਲਦੇ ਆ, ਪਰ ਰਹੀ ਕਿਨਾਰੇ ਬੈਠ। ਕਹਿੰਦੇ ਇੱਧਰ ਉੱਧਰ ਬੈਠ ਕੇ ਗੱਲਾਂ ਮਾਰ ਕੇ ਮੁੜ ਗਏ। ਮੈਂ ਕਈਆਂ ਨੂੰ ਦੇਖਦਾ, ਕਈ ਵਾਰ ਸਤਸੰਗ ਦੇ ਵਿੱਚ ਦੇਖੀਦਾ, ਘਰ ਤੋਂ ਵੀ ਚੱਲ ਕੇ ਆਉਂਦੇ ਨੇ, ਪਰ ਮਗਰ ਹੀ ਬੈਠੇ ਰਹਿੰਦੇ ਨੇ, ਖਾਣ ਪੀਣ ਦੇ ਵਿੱਚ ਹੀ ਮਸਤ ਰਹਿੰਦੇ ਨੇ, ਗੱਲਾਂ ਦੇ ਵਿੱਚ ਹੀ ਮਸਤ ਰਹਿੰਦੇ ਨੇ, ਪਰ ਕੋਈ ਵਿਰਲਾ। ਇਸੇ ਕਰਕੇ ਮਹਾਂਪੁਰਖ ਕਹਿੰਦੇ ਨੇ, ਭਾਈ ਇਹ ਰਸ ਨੂੰ ਕੋਈ ਵਿਰਲਾ ਪੀ ਸਕਦਾ, ਹਰ ਇੱਕ ਦੇ ਵੱਸ ਦੀ ਗੱਲ ਨਹੀਂ ਹੈ। ਕੋਈ ਭਾਗਾਂ ਵਾਲਾ ਪੀਵੇ ਅੰਮ੍ਰਿਤ ਵਰਸੇ, ਅੰਮ੍ਰਿਤ ਵਰਸੇ। ਭਾਗਾਂ ਵਾਲਾ ਪੀਵੇ ਅੰਮ੍ਰਿਤ ਵਰਸੇ, ਅੰਮ੍ਰਿਤ ਵਰਸੇ। ਕੋਈ ਭਾਗਾਂ ਵਾਲਾ ਪੀਵੇ ਅੰਮ੍ਰਿਤ ਵਰਸੇ, ਅੰਮ੍ਰਿਤ ਵਰਸੇ। ਕੋਈ ਭਾਗਾਂ ਵਾਲਾ ਪੀਵੇ ਅੰਮ੍ਰਿਤ ਵਰਸੇ, ਅੰਮ੍ਰਿਤ ਵਰਸੇ। ਭਾਗਾਂ ਵਾਲਾ ਪੀਵੇ ਅੰਮ੍ਰਿਤ ਵਰਸੇ, ਅੰਮ੍ਰਿਤ ਵਰਸੇ। ਕੋਈ ਭਾਗਾਂ ਵਾਲਾ ਪੀਵੇ ਅੰਮ੍ਰਿਤ ਵਰਸੇ, ਅੰਮ੍ਰਿਤ ਵਰਸੇ। ਭਾਗਾਂ ਵਾਲਾ ਪੀਵੇ ਅੰਮ੍ਰਿਤ ਵਰਸੇ, ਅੰਮ੍ਰਿਤ ਵਰਸੇ। ਭਾਗਾਂ ਵਾਲਾ ਪੀਵੇ ਅੰਮ੍ਰਿਤ ਵਰਸੇ, ਅੰਮ੍ਰਿਤ ਵਰਸੇ। ਕੋਈ ਭਾਗਾਂ ਵਾਲਾ ਪੀਵੇ ਅੰਮ੍ਰਿਤ ਵਰਸੇ, ਅੰਮ੍ਰਿਤ ਵਰਸੇ। ਕੋਈ ਭਾਗਾਂ ਵਾਲਾ ਪੀਵੇ ਅੰਮ੍ਰਿਤ ਵਰਸੇ, ਅੰਮ੍ਰਿਤ ਵਰਸੇ। ਕੋਈ ਭਾਗਾਂ ਵਾਲਾ ਵਰਸੇ, ਅੰਮ੍ਰਿਤ ਵਰਸੇ। ਅੰਮ੍ਰਿਤ ਵਰਸੇ, ਅੰਮ੍ਰਿਤ ਵਰਸੇ, ਅੰਮ੍ਰਿਤ 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 ਵਰਸੇ, ਅੰਮ੍ਰਿਤ ਵਰਸੇ, ਅੰਮ੍ਰਿਤ ਵਰਸੇ, ਅੰਮ੍ਰਿਤ ਵਰਸੇ, ਅੰਮ੍ਰਿਤ ਵਰਸੇ। ਭਾਗਾਂ ਵਾਲਾ ਪੀਵੇ ਅੰਮ੍ਰਿਤ
ਸੁਖਦਾ ਹੈ। ਭਾਗਹੀਨ ਕੋ ਨਾ ਮਿਲੇ ਭਲੀ ਵਸਤ ਕਾ ਭੋਗ। ਕਹਿੰਦੇ ਭਾਗਾਂ ਤੋਂ ਹੀਣੇ ਬੰਦੇ ਨੂੰ ਭਲੀ ਵਸਤੂ ਦਾ ਭੋਗ ਨਹੀਂ ਮਿਲਦਾ, ਗੁਰੂ ਦੀ ਕਿਰਪਾ ਨਹੀਂ ਮਿਲਦੀ, ਗੁਰੂ ਦਾ ਅਸੀਰਵਾਦ ਨਹੀਂ ਮਿਲਦਾ। ਜਿਹੜਾ ਭਾਗਾਂ ਵਾਲਾ ਹੈ ਉਹਨੂੰ ਪ੍ਰਾਪਤ ਹੁੰਦਾ ਹੈ। ਭਾਗ ਕਿਹੜਾ ਜਗਾ ਸਕਦਾ ਹੈ? ਰਾਤ ਵੀ ਵਿਚਾਰ ਚੱਲੀ ਸੀ, ਭਾਗ ਉਹ ਜਗਾ ਸਕਦਾ ਹੈ ਜਿਹੜਾ ਅੰਦਰ ਆਪਣੇ ਨਿਹਚਾ ਤੇ ਵਿਸ਼ਵਾਸ ਧਾਰਨ ਕਰੇ। ਜਦੋਂ ਨਿਹਚਾ ਤੇ ਵਿਸ਼ਵਾਸ ਧਾਰਨ ਕਰਦਾ ਹੈ ਨਾ, ਫਿਰ ਕਈ ਵਾਰ ਕਸਵੱਟੀਆਂ ਵੀ ਲੱਗਦੀਆਂ ਨੇ। ਆਏ ਨਹੀਂ ਬਈ ਠੀਕ ਹੈ ਨੀਵੇਂ ਜੇ ਹੋ ਕੇ, ਕਈ ਵਾਰ ਆਏ ਹੁੰਦਾ ਹੈ ਅਪਰਾਧੀ ਦੂਣਾ ਨਿਭੇ ਜੋ ਹੰਤਾ, ਮਿਰਗਾਏ ਸੀਸ ਨਵਾਈਏ ਕਿਆ ਥੀਏ ਜਾਂ ਰਿੱਧੇ ਕਸੁੱਧੇ ਜਾਏ। ਕਹਿੰਦੇ ਕਈ ਵਾਰ ਆਏ ਹੁੰਦਾ ਅਪਰਾਧੀ ਵੀ ਬਹੁਤ ਨਿਭਦਾ ਹੁੰਦਾ, ਅਪਰਾਧੀ ਦੂਣਾ ਨਿਭੇ ਜੋ ਹੰਤਾ ਮਿਰਗਾਏ ਸੀਸ ਨਵਾਈਏ ਕਿਆ ਥੀਏ ਜਾਂ ਰਿੱਧੇ ਕਸੁੱਧੇ ਜਾਏ। ਕਹਿੰਦੇ ਸੀਸ ਨਿਭਾਉਣ ਦੇ ਨਾਲ ਵੀ ਕੀ ਹੁੰਦਾ ਹੈ, ਜੇ ਗੁਰੂ ਦਾ ਬਚਨ ਹੀ ਮੰਨਿਆ ਨਾ। ਕਿਉਂਕਿ ਜਿਨ੍ਹਾਂ ਨੇ ਬਚਨ ਮੰਨਿਆ ਉਹਨਾਂ ਤੇ ਕਸਵੱਟੀਆਂ ਵੀ ਬੜੀਆਂ ਲੱਗਦੀਆਂ ਨੇ ਪਿਆਰਿਓ। ਕਬੀਰ ਕਸੌਟੀ ਰਾਮ ਕੀ ਝੂਠਾ ਟਿਕੇ ਨਾ ਕੋਏ, ਰਾਮ ਕਸੌਟੀ ਸੋ ਸਹੇ ਜੋ ਮਰ ਜੀਵੜਾ ਹੋਏ। ਕਹਿੰਦੇ ਕੋਈ ਬਿਰਲਾ ਪਾਸ ਹੁੰਦਾ ਹੈ, ਕਿਉਂਕਿ ਮਾਰਗ ਕਠਿਨ ਹੈ। ਇਹ ਜਿਹੜਾ ਮਾਰਗ ਹੈ ਬੜਾ ਕਠਿਨ ਹੈ, ਕਿਉਂਕਿ ਜਿਹੜਾ ਮਨ ਹੈ ਨਾ ਇਹ ਖਿੰਡਿਆ ਪਿਆ ਹੈ, ਕਿਉਂਕਿ ਮਨ ਦੇ ਬੜੇ ਟੁਕੜੇ ਹੋਏ ਪਏ ਨੇ, ਕਿਉਂਕਿ ਮਨ ਪਤਾ ਹੀ ਨਹੀਂ ਕਿੱਥੇ ਕਿੱਥੇ ਭੱਜਿਆ ਫਿਰਦਾ ਹੈ। ਸਤਿਗੁਰੂ ਜੀ ਬਾਣੀ ਦੇ ਵਿੱਚ ਵਾਰ-ਵਾਰ ਕਹਿੰਦੇ ਨੇ, ਕਹਿੰਦੇ ਮਨ ਤਾਂ ਜਿਵੇਂ ਪਖੇਰੂ ਹੈ ਨਾ ਬਣਾ ਦਾ, ਜਿਵੇਂ ਆ ਤਿੱਤਰ ਬਟੇਰੇ ਉੱਡਦੇ ਫਿਰਦੇ ਨੇ, ਕਹਿੰਦੇ ਮਨ ਐਂ ਭੱਜਿਆ ਫਿਰਦਾ, ਇਹ ਟਿਕਾ ਅਵਸਥਾ ਦੇ ਵਿੱਚ ਨਹੀਂ ਆਉਂਦਾ। 1 ਮਿੰਟ ਦੇ ਵਿੱਚ ਇਹ ਕੁਝ ਸੋਚਦਾ ਹੈ, ਬੈਠਾ 1 ਮਿੰਟ ਦੇ ਵਿੱਚ ਕੁਝ ਸੋਚਦਾ ਹੈ। ਕਦੇ ਕਹਿੰਦਾ ਐਂ ਕਰ ਲੈ, ਕਦੇ ਕਹਿੰਦਾ ਐਂ ਕਰ ਲੈ, ਐਂ ਕਰੇ ਤੇ ਐਂ ਹੋ ਜੂ, ਐਂ ਕਰੇ ਤੇ ਐਂ ਹੋ ਜੂ। ਇਹ ਮਨ ਭੱਜਿਆ ਹੀ ਫਿਰਦਾ ਹੈ। ਤੇ ਜਦੋਂ ਕਿਤੇ ਇਹਨੂੰ ਸਤਸੰਗ ਦੇ ਵਿੱਚ ਮਾੜਾ ਮੋਟਾ ਜੁੜਨ ਦਾ ਸਮਾਂ ਪ੍ਰਾਪਤ ਹੁੰਦਾ ਹੈ, ਫਿਰ ਇਹਦੇ ਮਨ ਦੇ ਵਿੱਚ ਵੈਰਾਗ ਪੈਦਾ ਹੁੰਦਾ ਵੀ ਮੈਂ ਐਂ ਕਰਾਂ। ਪਰ ਜਦੋਂ ਸਤਸੰਗ ਦੇ ਵਿੱਚੋਂ ਜਾਂਦਾ ਬਾਹਰ, ਤੇ ਜਦੋਂ ਚੱਪਲੀਆਂ ਪਾਈਆਂ ਨਹੀਂ, ਜਦੋਂ ਜੁੱਤੇ ਚੱਪਲਾ ਪੈਰਾਂ 'ਚ ਪਾਉਂਦਾ ਹੈ, ਤੇ ਜਿਹੜਾ ਕੋਈ ਸਤਸੰਗ ਦੇ ਵਿੱਚ ਸੁਣਿਆ ਹੁੰਦਾ ਸਾਰਾ ਭੁੱਲ ਜਾਂਦਾ, ਮਨ ਫੇਰ ਉੱਥੇ ਦਾ ਉੱਥੇ, ਮਨ ਫੇਰ ਉੱਥੇ ਦਾ ਉੱਥੇ। ਪਰ ਜਿਹੜਾ ਸਰਦਾ ਭਾਵਨਾ ਦੇ ਨਾਲ ਗੁਰੂ ਦੇ ਬਚਨਾਂ ਦੇ ਅਨੁਸਾਰ ਆਪਣੇ ਜੀਵਨ ਨੂੰ ਬਤੀਤ ਕਰਦਾ ਹੈ, ਤੇ ਗੁਰੂ ਉਹਦੇ ਤੇ ਕਿਰਪਾ ਕਰਦਾ ਹੈ, ਉਹਦੇ ਤੇ ਦ੍ਰਿਸ਼ਟੀ ਕਰਦਾ ਹੈ, ਉਹਦੇ ਤੇ ਦਇਆ ਕਰਦਾ ਹੈ, ਉਹਦੇ ਤੇ ਮਿਹਰ ਕਰਦਾ ਹੈ। ਜਦੋਂ ਭਾਵਨਾ ਰੱਖ ਕੇ ਗੁਰੂ ਦੇ ਕੋਲੇ ਜਾਂਦਾ ਹੈ, ਜਿਵੇਂ ਮਹਾਂਪੁਰਖਾਂ ਨੇ ਦੱਸਿਆ ਹੈ ਨਾ ਕਿ ਦਾਦੂ ਜੀ ਦਾ ਤੇ ਠੋਲਾ ਮਾਰਿਆ, ਪਤਾ ਨਹੀਂ ਸੀ ਵੀ ਦਾਦੂ ਜੀ ਨੇ, ਪਰ ਜਦੋਂ ਦੇਖਿਆ ਵੀ ਇਹ ਤਾਂ ਦਾਦੂ ਜੀ ਨੇ, ਇਹਨਾਂ ਨੂੰ ਤਾਂ ਸਾਰੀ ਦੁਨੀਆ ਪੂਜਦੀ ਹੈ, ਫਿਰ ਚਰਨ ਫੜ ਲਏ। ਉਹ ਕਹਿੰਦੇ ਨਹੀਂ ਭਾਈ, ਤੈਂ ਵਧੀਆ ਠਣਕਾ ਕੇ ਦੇਖਿਆ, ਇੱਕ ਕੋਈ ਘੜਾ ਖਰੀਦਦਾ ਉਹਨੂੰ ਵੀ ਠਣਕਾ ਕੇ ਦੇਖਦਾ, ਤੈਂ ਵੀ ਗੁਰੂ ਨੂੰ ਠਣਕਾ ਕੇ ਦੇਖਿਆ। ਇਸੇ ਤਰ੍ਹਾਂ ਸਵਾਮੀ ਵੀ ਸੇਵਕ ਨੂੰ ਪਰਖ ਕੇ ਦੇਖਦਾ ਕਿ ਸੇਵਕ ਖੜਦਾ ਵੀ ਹੈ, ਸੇਵਕ ਦੇ ਅੰਦਰ ਵਿਸ਼ਵਾਸ ਕਿੰਨਾ ਕਾ, ਸੇਵਕ ਦੇ ਅੰਦਰ ਭਾਵਨਾ ਕਿੰਨੀ ਕੁ ਹੈ। ਭਗਤ ਲੋਕ ਬੰਦਗੀ ਕਰਦੇ ਨੇ, ਸਿਮਰਨ ਕਰਦੇ ਨੇ, ਸੇਵਾ ਕਰਦੇ ਨੇ, ਉਹਨਾਂ ਤੇ ਜਦੋਂ ਕਸਵੱਟੀ ਲੱਗਦੀ ਹੈ, ਫਿਰ ਮਹਾਂਪੁਰਖ ਕਹਿੰਦੇ ਧਾਰਨਾ ਪੜ੍ਹਦੇ ਹੁੰਦੇ ਨੇ, ਸਾਰੇ ਪ੍ਰੇਮ ਦੇ ਨਾਲ ਪੜ੍ਹਿਓ, ਫਿਰ ਅੱਗੇ ਵਿਚਾਰ ਕਰੀਏ। ਉਹ ਜਦੋਂ ਲੱਗਦੀ ਹੈ ਕਸਵੱਟੀ ਤੇਰੇ ਨਾਮ ਦੀ, ਵਾਹਿਗੁਰੂ ਪਾਸ ਹੁੰਦੇ ਮਰ ਜੀਵੜੇ, ਲੱਗਦੀ ਹੈ ਕਸਵੱਟੀ ਤੇਰੇ ਨਾਮ ਦੀ, ਪਾਸ ਹੁੰਦੇ ਮਰ ਜੀਵੜੇ। ਜਦੋਂ ਲੱਗਦੀ ਹੈ ਕਸਵੱਟੀ ਤੇਰੇ ਨਾਮ ਦੀ, ਪਾਸ ਹੁੰਦੇ ਮਰ ਜੀਵੜੇ। ਜਦੋਂ ਲੱਗਦੀ ਹੈ ਕਸਵੱਟੀ ਤੇਰੇ ਨਾਮ ਦੀ, ਪਾਸ ਹੁੰਦੇ ਮਰ ਜੀਵੜੇ। ਜਦੋਂ ਲੱਗਦੀ
ਵੱਟੀ ਤੇਰੇ ਨਾਮ ਦੀ, ਪਾਸੇ ਹੁੰਦੇ ਮਰ ਜੀਵੜੇ, ਲੱਗਦੀ ਹੈ ਕਿਸ ਵੱਟੀ ਤੇਰੇ ਨਾਮ ਦੀ, ਪਾਸੇ ਹੁੰਦੇ ਮਰ ਜੀਵੜੇ। ਜਦੋਂ ਲੱਗਦੀ ਹੈ ਕਿਸ ਵੱਟੀ ਤੇਰੇ ਨਾਮ ਦੀ, ਪਾਸ ਹੁੰਦੇ ਮਾਰੇ ਜੀਵੜੇ। ਜਦੋਂ ਲੱਗਦੀ ਹੈ ਕਿਸ ਵੱਟੀ ਤੇਰੇ ਨਾਮ ਦੀ, ਉਹ ਪਾਸ ਹੁੰਦੇ ਮਾਰੇ ਜੀਵੜੇ। ਜਦੋਂ ਲੱਗਦੀ ਹੈ ਕਿਸ ਵੱਟੀ ਤੇਰੇ ਨਾਮ ਦੀ, ਪਾਸ ਹੁੰਦੇ ਉਹ ਪਾਸ ਹੁੰਦੇ ਮਰ ਜੀਵੜੇ। ਪਿਆਰੇ ਜੀ ਪਾਸੇ ਹੁੰਦੇ ਮਰ ਜੀਵੜੇ, ਪਿਆਰੇ ਜੀ ਪਾਸੇ ਹੁੰਦੇ ਮਰ ਜੀਵੜੇ। ਪਿਆਰੇ ਜੀ ਪਾਸ ਹੁੰਦੇ ਮਰ ਜੀਵੜੇ। ਪਿਆਰਿਓ ਪਾਸ ਹੁੰਦੇ ਮਰ ਜੀਵੜੇ। ਪਿਆਰੇ ਜੀ ਪਾਸ ਹੁੰਦੇ ਮਰ ਜੀਵੜੇ। ਪਿਆਰਿਓ ਪਾਸ ਹੁੰਦੇ ਮਰ ਜੀਵੜੇ। ਜਦੋਂ ਲੱਗਦੀ ਹੈ ਕਸਵੱਟੀ ਤੇਰੇ ਨਾਮ ਦੀ, ਪਾਸ ਹੁੰਦੇ ਮਰ ਜੀਵੜੇ। ਜਦੋਂ ਲੱਗਦੀ ਹੈ ਕਸਵੱਟੀ ਤੇਰੇ ਨਾਮ ਦੀ, ਪਾਸ ਹੁੰਦੇ ਮਰ ਜੀਵੜੇ। ਜਦੋਂ ਲੱਗਦੀ ਹੈ ਕਸਵੱਟੀ ਤੇਰੇ ਨਾਮ ਦੀ, ਪਾਸ ਹੁੰਦੇ ਮਰ ਜੀਵੜੇ। ਜਦੋਂ ਲੱਗਦੀ ਹੈ ਕਸਵੱਟੀ ਤੇਰੇ ਨਾਮ ਦੀ, ਪਾਸ ਹੁੰਦੇ ਮਰ ਜੀਵੜੇ। ਕਬੀਰ ਕਸੌਟੀ ਰਾਮ ਕੀ ਝੂਠਾ ਟਿਕੇ ਨਾ ਹੋਏ, ਰਾਮ ਕਸੌਟੀ ਸੋਸ ਹੈ ਜੋ ਮਰ ਜੀਵਣਾ ਹੋਏ। ਕਹਿੰਦੇ ਜਦੋਂ ਪਰਮੇਸ਼ਰ ਦੇ ਨਾਮ ਦੀ ਕਸਵੱਟੀ ਲੱਗਦੀ ਹੈ ਨਾ, ਫਿਰ ਕੋਈ ਕੋਈ ਖੜਦਾ ਹੈ। ਹੁਣ ਕਸਵੱਟੀ ਕਿਸ ਤਰ੍ਹਾਂ ਪਿਆਰੇ, ਗੁਰੂ ਬਚਨ ਕਰਦਾ ਹੈ। ਗੁਰੂ ਕਹਿੰਦਾ ਭਾਈ ਅੰਮ੍ਰਿਤ ਵੇਲੇ ਉੱਠ ਕੇ ਭਜਨ ਕਰਿਆ ਕਰੋ। ਗੁਰੂ ਇਹ ਕਹਿੰਦਾ, ਧਿਆਨ ਦਿਓ। ਗੁਰੂ ਕਹਿੰਦਾ ਅੰਮ੍ਰਿਤ ਵੇਲੇ ਉੱਠ ਕੇ ਬੰਦਗੀ ਕਰਿਆ ਕਰੋ, ਸਿਮਰਨ ਕਰਿਆ ਕਰੋ। ਦਿਨ ਦੇ ਵਿੱਚ 24 ਘੰਟਿਆਂ ਦੇ ਵਿੱਚ 2.5 ਘੰਟੇ ਬੈਠ ਕੇ ਪ੍ਰਮਾਤਮਾ ਦੀ ਬੰਦਗੀ ਕਰਿਆ ਕਰੋ। 2.5 ਘੰਟੇ। ਹੁਣ ਮੈਂ ਦੇਖਦਾ ਗੁਰੂ ਵਾਲੇ ਤਾਂ ਬਹੁਤ ਹੋਣਗੇ, ਪਰਮੇਸ਼ਰ ਦੀ ਬੰਦਗੀ ਦੇ ਵਿੱਚ 2.5 ਘੰਟੇ ਤਾਂ ਕੀ ਬੈਠਣਾ। ਜਿੱਥੇ ਮਨੋਰੰਜਨ ਵੀ ਹੋ ਰਿਹਾ ਹੈ, ਗਿਆਨ ਵੀ ਹੋ ਰਿਹਾ ਹੈ, ਉੱਥੇ ਵੀ ਘੰਟਾ ਬੈਠਣਾ ਸਾਨੂੰ ਔਖਾ ਹੋ ਜਾਂਦਾ। ਬੰਦਗੀ ਦੇ ਵਿੱਚ ਬੈਠਣਾ ਤਾਂ ਬਹੁਤ ਔਖੀ ਗੱਲ ਹੈ ਨਾ, ਕਿਉਂਕਿ ਇੱਕੇ ਸ਼ਬਦ ਦਾ ਬਾਰ-ਬਾਰ ਜਾਪ ਕਰਨਾ, ਅਭਿਆਸ ਕਰਨਾ। 5 ਮਿੰਟਾਂ ਤੋਂ ਬਾਅਦ ਧਿਆਨ ਘੁੰਮਣਾ ਸ਼ੁਰੂ ਹੋ ਜਾਂਦਾ ਵੀ ਚਲੋ ਚੱਲੀਏ, ਉੱਠੀਏ, ਆ ਵੀ ਕਰਨਾ, ਆ ਵੀ ਕਰਨਾ। ਗੁਰੂ ਕਹਿੰਦਾ 2.5 ਘੰਟੇ ਬੈਠ ਕੇ ਪ੍ਰਮਾਤਮਾ ਦਾ ਸਿਮਰਨ ਕਰਨਾ ਹੈ। ਪਹਿਲਾਂ ਇਸ਼ਨਾਨ ਕਰਨਾ ਹੈ, ਫਿਰ ਸਿਮਰਨ ਕਰਨਾ ਹੈ। ਜਦੋਂ ਸਿਮਰਨ ਦੇ ਵਿੱਚੋਂ ਉੱਠਣਾ ਹੈ, ਕਿਸੇ ਨਾ ਕਿਸੇ ਨੂੰ ਦਾਨ ਕਰਨਾ ਹੈ। ਚਾਹੇ ਇੱਕ ਮੁੱਠੀ ਜਾਨਵਰਾਂ ਨੂੰ ਦਾਣਿਆਂ ਦੀ ਪਾ ਦੇ, ਗਊਆਂ ਨੂੰ ਪੱਠੇ ਪਾ ਦੇ, ਕਿਸੇ ਭੁੱਖੇ ਨੂੰ ਪ੍ਰਸਾਦਾ ਛਕਾ ਦੇ। ਜੇ ਤੇਰੇ ਦਰ ਤੇ ਕੋਈ ਫਕੀਰ ਆ ਗਿਆ, ਕੋਈ ਰੱਬ ਦਾ ਪਿਆਰਾ ਆ ਗਿਆ, पता नहीं केड़े रूप च रब ने आ जाना। तुलसी इस संसार में सबसे मिलिए धाए, ना जाने किस रूप में नारायण मिल जाए। पता नहीं केड़े रूप च रब ने आ जाना, कोई पता उहदे रंग रूप का तो किसी नूं पता नहीं। ते प्यारे कहंदे जे किते तेरे दर ते कोई फकीर आ गया, पता नहीं फकीरां दे, क्योंकि गरीबदास महाराज जी तो बाणी दे विच इह कहंदे ने निर्गुण सरगुण दोए एक है। कहंदे निर्गुण ते सरगुण दोए इक्को ने, निर्गुण सरगुण दोए एक है। दूजा भरम विकार
निर्गुण साहिब आप है सरगुण संत विचार। गरीबदास महाराज कहते निर्गुण ते सरगुण एक ही है, दूजा भरम विकार। निर्गुण साहिब आप है, कहते निर्गुण निराकार वो अकाल पुरख आप है। ते सरगुण संत विचार, कहते सरगुण रूप दे विच महात्मा दे रूप दे विच भगवान आया हुआ है। पर असी भावना नहीं बनाते प्यारे, असी अपने वर्गे ही समझ लेने भी साडे वर्गे ही ने। जे साडे वर्गे ने तो 4 दिन कपड़े पा के तो देख पता लग जूगा, रोटी का भी फिक्र रहू कित्थों आऊगी। क्योंकि फकीर परमेश्वर बनाउंदा है। साध पठाए आप हर, हम तुम ते नाहि दूर, नानक भ्रम पौ मिट गए रमण राम भरपूर। कहते सरगुण रूप दे विच साधुआं दे रूप दे विच परमात्मा खुद आया होया। ते जे किते दर दे उत्ते महात्मा आ जावे ते प्यारिओ भावना दे नाल उहदी सेवा करिए, इत्थे भी कई बार कसवट्टी लग जांदी है। एक नगर दे विच ना सेऊ ते सम्मण रहिंदे ने। सेऊ ते सम्मण ते प्यारिओ क्योंकि बड़ियां कसवट्टियां लगदियां ने, नाल नेकी रहिंदी है। ते प्यारिओ तिन्ने परिवार दे जी प्यो पुत्र ते माता तिन्ने ही रहिंदे ने। ते साधुआं दी करदे ने संगत, ते संतां ने देता उपदेश। संतां ने की उपदेश देता? मातर देवो भव, पितर देवो भव, आचार्य देवो भव, अतिथि देवो भव। ध्यान नाल सुनियो प्यारिओ, बड़े ध्यान की गल है। कहते अपने माता पिता की पूजा करनी, माता पिता की सेवा करनी। मातर देवो भव, पितर देवो भव। प्रथम क्योंकि गुरदेव माता गुरदेव पिता, सारिਆਂ ਨੂੰ ਵੱਡੇ माता पिता ਹੁੰਦੇ ਨੇ, ਇਹ याद रखियो। अपने माता पिता की गुरु कहता सेवा करनी। मातर देवो भव, पितर देवो भव। अपने ਵੱਡਿਆਂ ਦਾ पूजन करना है, ਵੱਡਿਆਂ ਦੀ कीर्ति ਨੂੰ ਉੱਚੇ ਲੈ के जाना है। अपने माँ प्यो की सेवा करनी, आपदे कुल का ਨਾਂ ਉੱਚਾ करना। आचार्य देवो भव। आचार्य कहते ने गुरु नूं, जो सानू उस परमात्मा दे नाल ब्रह्म दे नाल जोड़दा है, उस भगवान दे नाल जोड़दा है। कहते उहदी सेवा करनी, उहदे बचनां नूं मनना है, उहदे बचनां अनुसार अपना जीवन बतीत करना। समझियो प्यारे। आचार्य देवो भव, कहते आचार्या की पूजा करनी, अपने गुरु नूं नमस्कार करनी, अपने गुरु की सेवा करनी, उहदे बचनां नूं मनना है। अतिथि देवो भव, कहते दर दे उपर कोई अतिथि आ जाए, कोई फकीर आ जाए, कोई भुखा आ जाए, उन्होंने खाली नहीं मोड़ना। हुण इन्हां ने बचन सुने गुरु का। गुरु कहता भाई अपने दर तो कोई भुखा ना मुड़ जाए, अपना आप लुटा के भी सेवा करनी है। हुण ये बंदगी दे विच लीन रहिंदे ने, सिमरन करते ने। बंदगी वालियां दी एक निशानी हुंदी है, वो बाहले अमीर नहीं हुंदे। ये गल चेते रखियो, क्योंकि जिहड़ी माया पापां दे नाल इकट्ठी हुंदी है, पाप करन वाला कदे भगत नहीं हुंदा। पापां बाजों ये आउंदी नहीं, गुरबाणी दा फरमान है। क्योंकि जिहड़े भगत ने वो ज़्यादा अमीर नहीं हुंदे, ते पापां तो बाद ये इकट्ठी नहीं हुंदी। जां जुआ खेडू, कोई हेरा फेरी करू, किसी का धन रोकू, कुछ ना कुछ करू, झूठ तूफान बोलू, झूठ बराबर जिहड़ा पाप नहीं कोई, सच बराबर तप नहीं, झूठ बराबर पाप। जिनके हृदय सच है उनके हृदय आप। क्योंकि पाप तो बिना माया इकट्ठी नहीं हुंदी। ते जिहड़े बंदगी करन वाले ने, सिमरन करन वाले ने, उन्हां कोले ज़्यादा माया नहीं हुंदी। हुण इह सेऊ ते सम्मण नेकी तिन्ने एक झोंपड़ी दे विच रहिंदे ने, बंदगी करते ने, भगवान का सिमरन करते ने, माड़ा मोटा कोई काम मिलता करे आउंदे ने, ते हर समय उस परमात्मा की बंदगी दे विच लगे रहिंदे। ते जे कोई अतिथि आ जांदा है, जे कोले खांदे ने आ जांदा है, उहनूं सका दिंदे ने। पर एक दिन देवनेत दे नाल ऐसा समा मिलिया है, सेऊ के सतगुर गए
ਸੰਗ ਫਰੀਦ ਕਮਾਲ। ਕਹਿੰਦੇ ਇੱਕ ਦਿਨ ਕਬੀਰ ਸਾਹਿਬ ਮਹਾਰਾਜ ਜੀ ਸੇਊ ਸੰਮਣ ਦੇ ਘਰ ਚਲੇ ਗਏ ਵੀ ਦੇਖੀਏ ਵੀ ਇਹਨਾਂ ਦੇ ਅੰਦਰ ਭਗਤੀ ਕਿੱਡੀ ਕੁ ਹੈ, ਕਿੱਡੀ ਕੁ ਇਹਨਾਂ ਦੇ ਅੰਦਰ ਆਸਥਾ, ਕਿੱਡੀ ਕੁ ਇਹਨਾਂ ਦੇ ਅੰਦਰ ਸਰਧਾ ਹੈ। ਤੇ ਨਾਲ ਲੈ ਕੇ ਕਬੀਰ ਸਾਹਿਬ ਮਹਾਰਾਜ ਜੀ ਆਪਣੇ ਚੇਲਿਆਂ ਨੂੰ, ਕਮਾਲ ਜੀ ਨੂੰ ਲੈ ਲਿਆ, ਫਰੀਦ ਜੀ ਨੂੰ ਲੈ ਲਿਆ ਤੇ ਉਹਨਾਂ ਦੇ ਘਰ ਚਲੇ ਗਏ। ਸੰਤ ਆਏ, ਸੰਤ ਪ੍ਰਾਹੁਣੇ, ਕੀਰਤਨ ਹੋਆ ਰੈਣ ਸਬਾਈ ਆ ਗਏ ਤੇ ਇਹਨਾਂ ਨੂੰ ਚੌ ਚੜ ਗਿਆ। ਤੇ ਚੌ ਕਿਸੇ ਕਿਸੇ ਨੂੰ ਚੜਦਾ ਪਿਆਰਿਓ, ਸੰਤਾਂ ਨੂੰ ਦੇਖ ਕੇ ਸਾਰਿਆਂ ਨੂੰ ਨਹੀਂ ਚੜਦਾ। ਜੇ ਸੰਤਾਂ ਦਾ ਆਗਮਨ ਹੋ ਜਵੇ ਤਾਂ ਸਮਝ ਲਓ ਬਹੁਤ ਵੱਡੇ ਭਾਗ ਨੇ। ਸਾਧੂ ਆ ਗਏ, ਜਦੋਂ ਸਾਧੂਆਂ ਨੂੰ ਦੇਖਿਆ ਆਏ ਗੁਲਾਬ ਦੇ ਫੁੱਲ ਵਾਂਗੂ ਖਿੜ ਗਏ, ਖੁਸ਼ੀਆਂ ਦੇ ਨਾਲ ਸਾਡੇ ਸਾਧੂ ਆਏ ਨੇ। ਕਿਉਂਕਿ ਸੰਤ ਕਿਤੇ ਐਵੇਂ ਥੋੜੀ ਆਉਂਦੇ ਨੇ ਪਿਆਰੇ। ਜਦੋਂ ਜੀਵ ਦੇ ਹਜ਼ਾਰਾਂ ਕੀ ਲੱਖਾਂ ਪੁੰਨ ਇਕੱਠੇ ਹੋਣ ਫੇਰ ਘਰ ਦੇ ਵਿੱਚ ਸਾਧੂ ਆਉਂਦੇ ਨੇ। ਤਾਂ ਹੀ ਗੁਰਬਾਣੀ ਕਹਿੰਦੀ ਹੈ ਆਏ ਸੰਤਨ ਕਾ ਆਦਰ ਕੀਜੈ, ਚਰਨ ਧੋਏ ਚਰਨਾਮਤ ਲੀਜੈ। ਕਹਿੰਦੇ ਸਾਧੂਆਂ ਦੇ ਚਰਨ ਧੋ ਕੇ ਉਹਨਾਂ ਦਾ ਚਰਨਾਮਤ ਲੈ। ਜੇ ਕਿਤੇ ਤੇਰੇ ਘਰ ਦੇ ਵਿੱਚ ਸਾਧੂ ਆ ਗਏ, ਉਹਨਾਂ ਦਾ ਆਦਰ ਤੇ ਸਤਿਕਾਰ ਕਰ। ਪਰ ਹੁਣ ਤਾਂ ਸਮਾਂ ਕੁਝ ਹੋਰ ਤਰ੍ਹਾਂ ਦਾ ਹੋ ਗਿਆ, ਉਹ ਭਾਵਨਾ ਹੀ ਉੱਡ ਗਈ ਆ। ਤੇ ਪਿਆਰਿਓ ਗੁਰਬਾਣੀ ਕਹਿੰਦੀ ਸੰਤ ਭਾਗਾਂ ਦੇ ਨਾਲ ਮਿਲਦੇ ਨੇ, ਭਾਗਾਂ ਤੋਂ ਬਿਨਾਂ ਸਾਧੂਆਂ ਦੀ ਸੰਗਤ ਨਹੀਂ ਹੁੰਦੀ। ਅੱਜ ਕਬੀਰ ਸਾਹਿਬ ਮਹਾਰਾਜ ਜੀ ਆਪਣੇ ਸਿੱਖਾਂ ਨੂੰ ਲੈ ਕੇ ਘਰ ਦੇ ਵਿੱਚ ਆ ਗਏ। ਇਹਨਾਂ ਨੂੰ ਚੌ ਚੜ ਗਿਆ, ਸਾਡੇ ਸੰਤ ਆ ਗਏ, ਆਓ ਮਹਾਰਾਜ, ਆਓ ਮਹਾਰਾਜ, ਜੀ ਆਇਆਂ ਨੂੰ। ਟੁੱਟੀ ਝੌਂਪੜੀ ਹੈ ਤੇ ਪਿਆਰਿਓ ਬੜੇ ਖੁਸ਼ ਹੋਏ, ਆਓ ਮਹਾਰਾਜ ਬੈਠੋ। ਜੋ ਵੀ ਕੋਲੇ ਜੋ ਵਸਾਉਣ ਵਾਸਤੇ ਸੀ, ਉਦੋਂ ਤਾਂ ਅੱਜ ਵਾਂਗੂ ਆ ਮਖਮਲੀ ਤਾਂ ਸਾਧਨ ਹੁੰਦੇ ਨਹੀਂ ਸੀ ਲੋਕਾਂ ਦੇ ਘਰਾਂ ਦੇ ਵਿੱਚ। ਤੇ ਫਟੇ ਪੁਰਾਣੇ ਬੋਰੀਆਂ ਬੋਰੀਆਂ ਹੁੰਦੀਆਂ ਸੀ, ਟਾਟ ਹੁੰਦੇ ਸੀ, ਮਾੜੇ ਮੋਟੇ ਪੱਲੜ ਹੁੰਦੇ ਸੀ, ਜਾਂ ਫਿਰ ਆਹ ਕੁਸਾ ਦਾ ਆਸਣ ਬਣਾਏ ਹੁੰਦੇ ਸੀ, ਪਰਾਲੀ ਪਰੂਲੀ ਦੇ ਆਸਣ ਬਣਾਏ ਹੁੰਦੇ ਸੀ ਉਦੋਂ। ਤੇ ਪਿਆਰਿਓ ਆਸਣ ਵਸਾਇਆ ਗਿਆ, ਮਹਾਰਾਜ ਇੱਥੇ ਬੈਠੋ। ਬੈਠ ਕੇ ਹਾਂ ਮਹਾਰਾਜ ਜੀ ਸੇਵਾ ਭਾਈ ਭੋਜਨ ਕਰਾਂਗੇ, ਸਤ ਬਚਨ। ਹੁਣ ਨੇਕੀ ਨੂੰ ਕਹਿਣ ਲੱਗਿਆ ਸੰਮਣ ਵੀ ਆਏ ਕਰ, ਸਾਧੂਆਂ ਵਾਸਤੇ ਭੋਜਨ ਤਿਆਰ ਕਰ, ਆਪਣੇ ਸੰਤ ਆਏ ਨੇ। ਹੁਣ ਨੇਕੀ ਪਰੇ ਨੂੰ ਜਾ ਕੇ ਕਹਿਣ ਲੱਗੀ ਮਹਾਰਾਜ ਆਪਣੇ ਪਤੀ ਨੂੰ, ਆ ਸਾਰੇ ਭਾਂਡੇ ਦਿਖਾ ਦੇ, ਭਾਂਡਿਆਂ 'ਚ ਕੁਛ ਹੈ ਤਾਂ ਹੈ ਨਹੀਂ, ਭੋਜਨ ਕਾਹਦੇ ਨਾਲ ਤਿਆਰ ਕਰਾਂ? ਘਰ ਦੇ ਵਿੱਚ ਤਾਂ ਇੱਕ ਦਾਣਾ ਨਹੀਂ, ਬਣਾਉਣ ਵਾਸਤੇ ਭੋਜਨ ਨਹੀਂ, ਕੁਝ ਨਹੀਂ ਹੈ, ਕਾਹਦੇ ਨਾਲ ਭੋਜਨ ਤਿਆਰ ਕਰਾਂ? ਉਹ ਕਹਿਣ ਲੱਗਿਆ ਐਂ ਕਰਦਾ ਫਿਰ ਮੈਂ ਦੁਕਾਨ ਵਾਲੇ ਦੇ ਜਾ ਕੇ ਆਉਣਾ, ਮੈਂ ਸੌਦਾ ਤੇ ਆਧਾਰ ਲੈ ਆਉਣਾ, ਆਧਾਰਾ ਲੈ ਆਉਣਾ ਦੁਕਾਨ ਤੋਂ। ਕਹਿਣ ਲੱਗੇ ਠੀਕ ਹੈ ਜਾਓ। ਸੰਤਾਂ ਨੂੰ ਕਹਿਣ ਲੱਗੇ ਮਹਾਰਾਜ ਐਂ ਕਰੋ, ਤੁਸੀਂ ਨਾ ਇੰਨੇ ਨਦੀ ਤੇ ਇਸ਼ਨਾਨ ਕਰ ਲਓ, ਅਸੀਂ ਭੋਜਨ ਦੀ ਕਰਦੇ ਹਾਂ ਤਿਆਰੀ, ਸ਼ਾਮ ਦਾ ਸਮਾਂ ਹੋਇਆ ਹੋਇਆ, ਤੁਸੀਂ ਐਂ ਕਰੋ ਇਸ਼ਨਾਨ ਪਾਣੀ ਕਰਿਆਓ, ਨਾਲੇ ਆਪਣਾ ਸੰਦਨ ਬੰਦਿਆ ਕਰ ਲਓ, ਭਜਨ ਕਰ ਲਓ, ਤੇ ਅਸੀਂ ਭੋਜਨ ਦੀ ਤਿਆਰੀ ਕਰਦੇ ਹਾਂ। ਕਹਿਣ ਲੱਗੇ ਠੀਕ ਹੈ। ਹੁਣ ਸੰਤ ਨਦੀ ਤੇ ਚਲੇ ਗਏ, ਇਸ਼ਨਾਨ ਕਰਨ ਲੱਗ ਗਏ। ਸਾਧੂਆਂ ਦਾ ਕੰਮ ਹੈ ਸੰਧਿਆ ਬੰਧਨ ਕਰਨੀ, ਇਸ਼ਨਾਨ ਪਾਣੀ ਕਰਕੇ ਭਜਨ ਕਰਨਾ। ਤੇ ਇਹ ਕੀ ਕਰਨ ਲੱਗੇ? ਹੁਣ ਸੰਮਣ ਗਿਆ, ਭੱਜਿਆ ਦੁਕਾਨ ਤੇ ਗਿਆ, ਸੇਠ ਨੂੰ ਜਾ ਕੇ ਕਹਿਣ ਲੱਗਿਆ ਐਂ ਕਰ ਬਈ, ਸਾਡੇ ਘਰੇ ਆਏ ਨੇ ਸੰਤ ਪ੍ਰਾਹੁਣੇ, ਸਾਡੇ ਘਰੇ ਆਇਆ ਰੱਬ ਸੰਤ ਰੂਪ ਦੇ ਵਿੱਚ, ਤੂੰ ਐਂ ਕਰ ਮੈਨੂੰ ਥੋੜਾ ਅੰਨ ਦੇ ਦੇ, ਥੋੜਾ ਅੰਨ ਦੀ ਜ਼ਰੂਰਤ ਹੈ, ਮੈਂ ਉਹਨਾਂ ਨੂੰ ਭੋਜਨ ਬਣਾ ਕੇ ਛਕਾਉਣਾ। ਹੁਣ ਗਰੀਬ ਦੇ ਆਖੇ ਤਾਂ ਕੋਈ ਲੱਗਦਾ ਹੀ ਨਹੀਂ ਪਿਆਰੇ, ਗਰੀਬ ਨੂੰ ਕੋਈ ਧਾਰਾ ਨਹੀਂ ਦਿੰਦਾ। ਤੇ ਅਮੀਰ ਭਾਵੇਂ ਪੈਸੇ ਮੋੜੇ ਨਾ ਮੋੜੇ, ਉਹਨੂੰ ਧੱਕੇ ਨਾਲੇ ਚਕਾਉਂਦਾ ਵੀ ਜਿੰਨਾ ਮਰਜ਼ੀ ਲੈ ਜਾ, ਤੈਨੂੰ ਖੁੱਲੀ ਛੁੱਟੀ ਹੈ, ਅਮੀਰ ਹੈ ਨਾ। ਕਹਿਣ ਲੱਗਿਆ ਵੀ ਤੂੰ ਪਹਿਲਾਂ ਵੀ ਕਈ ਵਾਰ ਲੈ ਜਾਣਾ, ਕਿੰਨਾ ਕਿੰਨਾ ਚਿਰ ਤੋਂ ਮੋੜਦਾ ਨਹੀਂ, ਹੁਣ ਤੂੰ ਮੈਂ ਤੈਨੂੰ ਉਧਾਰ ਨਹੀਂ ਦੇ ਸਕਦਾ, ਮੇਰਾ ਜਵਾਬ ਹੈ। ਹੁਣ ਇਹ ਮਨ 'ਚ ਬੜਾ ਉਦਾਸ ਹੈ। ਮੁੜਿਆ ਆਇਆ ਵਾਪਸ, ਹੋਰ ਦੁਕਾਨ ਤੇ ਗਿਆ, ਉਹਨੇ ਵੀ ਜਵਾਬ ਦਿੱਤਾ। ਤੇ 2-4 ਘਰਾਂ ਦੇ ਵਿੱਚ ਵੀ ਗਿਆ, ਗਰੀਬ ਨੂੰ ਕੋਈ ਘਰੇ ਵੀ ਨਹੀਂ ਵੜਨ ਦਿੰਦਾ ਛੇਤੀ।
ਆਪਾਂ ਦੇਖਦੇ ਆ ਨਾ, ਕੋਈ ਫਟੇ ਪੁਰਾਣੇ ਜੇ ਕੱਪੜਿਆਂ ਵਾਲਾ ਆ ਜੇ, ਉਹਨੂੰ ਕਹਿੰਦੇ ਬਾਹਰ ਕੱਢ, ਚੋਰ ਹੋਣਾ ਹੈ। ਤਾਂ ਉਹ ਪਤੰਦਰੋਂ ਜੇ ਚੋਰ ਹੋਵੇ ਉਹਦੇ ਫਟੇ ਹੋਏ ਕੱਪੜੇ ਹੋਣਗੇ, ਉਹਦੇ ਤਾਂ ਸੋਹਣੇ ਪਾਏ ਹੋਣਗੇ। ਤੇ ਪਿਆਰਿਓ ਰੋਕਦੇ ਨੇ, ਕੋਈ ਨਹੀਂ ਵੜਨ ਦਿੰਦਾ। ਉਹ ਕਹਿੰਦਾ ਮੇਰੇ ਘਰ ਸੰਤ ਆਏ ਨੇ, ਕਹਿੰਦੇ ਸੰਤ ਤੇਰੇ ਘਰੇ ਆਏ ਨੇ, ਤੂੰ ਸੇਵਾ ਕਰ, ਸਾਡਾ ਥੋੜੀ ਠੇਕਾ ਲਿਆ ਹੋਇਆ। ਸੰਸਾਰ ਦੀ ਇਹੋ ਜਿਹੀ ਰੀਤੀ ਹੁੰਦੀ ਹੈ। ਘਰ ਆਇਆ, ਆ ਕੇ ਘਰ ਵਾਲੀ ਨੂੰ ਕਹਿਣ ਲੱਗਿਆ ਨੇਕੀ ਨੂੰ, ਨੇਕੀ ਆਏ ਕਰ, ਤੇਰੇ ਕੋਲੇ ਕੋਈ, ਕਿਉਂਕਿ ਪੁਰਾਤਨ ਸਮੇਂ 'ਚ ਕਿਹੜਾ ਪਿੱਤਲ ਦੇ ਭਾਂਡੇ ਹੋਣੇ ਆ, ਉਦੋਂ ਤਾਂ ਮਿੱਟੀ ਦੇ ਭਾਂਡੇ ਸੀ। ਹੁਣ ਉਹ ਤਾਂ ਵਿਕਣੇ ਨਹੀਂ ਸੀ, ਗਰੀਬਾਂ ਦੇ ਤਾਂ ਮਿੱਟੀ ਦੇ ਭਾਂਡੇ ਹੁੰਦੇ ਸੀ। ਅੱਜ ਤੋਂ 20 ਸਾਲ ਪਹਿਲਾਂ, ਸਾਰੇ 30 ਸਾਲ ਪਹਿਲਾਂ ਮਿੱਟੀ ਦੇ ਭਾਂਡਿਆਂ 'ਚ ਸਾਗ ਸੂਗ, ਦਾਲਾਂ ਦੂਲਾਂ ਧਰਦੇ ਸੀ ਮਿੱਟੀ ਦੇ ਭਾਂਡਿਆਂ 'ਚ। ਆ ਤਾਂ ਹੁਣ ਲੋਹਾ ਆ ਗਿਆ। ਤੇ ਪਿੱਤਲ ਕਾਸੀ ਇਹ ਚੰਗੇ ਘਰਾਂ ਦੇ ਵਿੱਚ ਹੁੰਦਾ ਸੀ, ਗਰੀਬਾਂ ਦੇ ਨਹੀਂ ਸੀ ਹੁੰਦਾ। ਗਰੀਬ ਤਾਂ ਮਿੱਟੀ ਦੇ ਭਾਂਡੇ ਵਰਤਦੇ ਸੀ। ਹੁਣ ਤਾਂ ਲੋਹੇ ਦਾ ਯੁੱਗ ਆ ਗਿਆ, ਕਿਉਂਕਿ ਇਹ ਤਾਂ ਕਲਯੁੱਗ ਦੀ ਨਿਸ਼ਾਨੀ ਹੈ ਨਾ। ਲੋਹੇ ਦੇ ਭਾਂਡੇ ਕਲਯੁੱਗ ਦੀ ਨਿਸ਼ਾਨੀ ਹੈ। ਗਰੀਬਦਾਸ ਮਹਾਰਾਜ ਜੀ ਬਾਣੀ ਦੇ ਵਿੱਚ ਕਹਿੰਦੇ, ਜਿਨ੍ਹਾਂ ਦੇ ਘਰਾਂ ਦੇ ਵਿੱਚ ਕਾਸੀ ਦੇ ਪਿੱਤਲ ਦੇ ਭਾਂਡੇ ਨਹੀਂ ਹੈ ਨਾ, ਕੱਲੇ ਲੋਹੇ ਦੇ ਭਾਂਡੇ ਨੇ, ਸਮਝ ਲਓ ਉੱਥੇ ਕਲਯੁੱਗ ਦਾ ਪਹਿਰਾ ਜ਼ਿਆਦੇ ਹੈ। ਤੇ ਪਿਆਰਿਓ ਹੁਣ ਘਰ ਆਇਆ, ਕਹਿਣ ਲੱਗਿਆ ਮੈਨੂੰ ਸਾਰਿਆਂ ਨੇ ਜਵਾਬ ਦਿੱਤਾ, ਮੈਂ ਹੁਣ ਕੀ ਕਰਾਂ? ਲਿਆ ਤੇਰਾ ਕੋਈ ਕੱਪੜਾ ਪਿਆ ਹੋਊਗਾ, ਉਹਨੂੰ ਵੇਚੇ ਆਉਣਾ। ਉਹ ਕਹਿਣ ਲੱਗੀ ਆ ਇੱਕੇ ਸਾੜੀ ਹੈ, ਸਾਰੀਆਂ ਸਾੜੀਆਂ ਵੀ ਫਟੀਆਂ ਨੇ, ਤੁਸੀਂ ਦੇਖਦੇ ਹੋ ਇਹੀ ਪਾ ਕੇ ਰੱਖਦੀਆਂ, ਇਹ ਵੀ ਫਟੀ ਹੋਈ ਆ। ਬੜਾ ਮਨ ਦੁਖੀ ਹੋਇਆ। ਹੁਣ ਸੰਤ ਪ੍ਰਾਹੁਣੇ ਆਏ ਹੋਏ ਨੇ, ਉਹਨਾਂ ਨੂੰ ਭੋਜਨ ਵੀ ਛਕਾਉਣਾ ਹੈ। ਉਹਨਾਂ ਨੂੰ ਕਹਿ ਵੀ ਦਿੱਤਾ ਵੀ ਤੁਸੀਂ ਇਸ਼ਨਾਨ ਪਾਣੀ ਕਰ ਲਓ, ਅਸੀਂ ਭੋਜਨ ਦੀ ਤਿਆਰੀ ਕਰਦੇ ਹਾਂ। ਤੇ ਟਾਈਮ ਵੀ ਉਹਨਾਂ ਨੇ ਵੱਧ ਤੋਂ ਵੱਧ 2-3 ਘੰਟੇ ਲਾ ਲੈਣਗੇ ਭਜਨ ਤੇ, 4 ਲਾ ਲੈਣਗੇ। ਸਾਧੂਆਂ ਦਾ ਹੁੰਦਾ 3-4 ਘੰਟੇ ਭਜਨ ਕਰਨਾ ਹੀ ਕਰਨਾ। ਬਈ ਜਲਦੀ ਕਰੋ, ਕੋਈ ਨਾ ਕੋਈ ਹੱਲ ਕਰੋ। ਕਹਿੰਦੇ ਹੋਰ ਤਾਂ ਕੋਈ ਹੱਲ ਹੈ ਨਹੀਂ, ਐਂ ਕਰਦੇ ਆ ਚੋਰੀ ਉਹ ਕਰ ਲਿਆਉਣੀ ਆ। ਪੁੱਤ ਦੇ ਨਾਲ ਰਹਿ ਕਰ ਲਈ, ਸੇਊ ਦੇ ਨਾਲ, ਪੁੱਤਰ ਆਪਾਂ ਚੋਰੀਓ ਕਰ ਲਿਆਉਣੇ ਆ। ਨੇਕੀ ਕਹਿਣ ਲੱਗੀ ਜੇ ਫੜੇ ਗਏ ਲੋਕ ਕੀ ਕਹਿਣਗੇ? ਦਿਨ ਦੇ ਵਿੱਚ ਇਹ ਭਗਤੀ ਦਿਖਾਉਂਦੇ ਨੇ, ਰਾਤ ਨੂੰ ਸ਼ਾਮ ਨੂੰ ਚੋਰੀਆਂ ਕਰਦੇ ਫਿਰਦੇ ਨੇ। ਸ਼ਾਮ ਦਾ ਟਾਈਮ ਹੋ ਗਿਆ, ਹਨੇਰਾ ਹੋਣ ਲੱਗੇ ਹੈ, ਲੋਕ ਕਹਿਣਗੇ ਹੁਣ ਚੋਰੀਆਂ ਕਰਦੇ ਫਿਰਦੇ ਨੇ, ਦਿਨੇ ਭਗਤ ਬਣੇ ਫਿਰਦੇ ਨੇ। ਦਿਖਾਵਾ ਕੁਝ ਹੋਰ ਹੈ। ਜਿਵੇਂ ਗੁਰਬਾਣੀ ਕਹਿੰਦੀ ਹੈ, ਅੰਦਰੋਂ ਝੂਠੇ ਪੈਜਵਾਰ ਦੁਨੀਆ ਅੰਦਰ ਫੈਲ, 68 ਤੀਰਥ ਜੇ ਨਾ ਆਵੇ ਉਤਰੇ ਨਾਹੀ ਮੈਲ। ਲੋਕ ਕੀ ਕਹਿਣਗੇ? ਉੱਪਰੋਂ ਭਗਤ ਬਣੇ ਫਿਰਦੇ ਨੇ, ਅੰਦਰੋਂ ਕੂੜ ਦੇ ਭਰੇ ਪਏ ਹੋਏ ਨੇ, ਚੋਰੀਆਂ ਕਰਦੇ ਨੇ। ਉਹ ਕਹਿਣ ਲੱਗੇ, ਸੰਮਣ ਕਹਿਣ ਲੱਗਿਆ ਵੀ ਇਹ ਕੋਈ ਆਪਾਂ ਕਿਹੜਾ ਆਪਦੇ ਵਾਸਤੇ ਲੈ ਕੇ ਆਉਣਾ, ਆਪਾਂ ਤਾਂ ਸੇਵਾ ਹੀ ਕਰਨੀ ਹੈ। ਚਲੋ ਘਰਦਿਆਂ ਨੇ ਹੌਲੀ ਹੌਲੀ ਆਪਸ ਵਿੱਚ ਹੀ ਵਿਚਾਰ ਕਰ ਲਈ, ਚਲੋ ਦੇਖੀ ਜਾਊ। ਆਪਾਂ ਹੁਣ ਰਾਤ ਨੂੰ, ਸ਼ਾਮ ਦਾ ਟਾਈਮ ਹੈ, ਦੁਕਾਨ ਬੰਦ ਹੋ ਗਈ ਤੇ ਆਪਾਂ ਚੱਲਦੇ ਹਾਂ। ਸੇਠ ਆਪਣੇ ਕੰਮਕਾਰਾਂ 'ਚ ਜਾਂ ਸੌਂ ਸੂ ਜਾਣਗੇ, ਅਸੀਂ ਚੋਰੀ ਕਰ ਲਿਆਵਾਂਗੇ, ਜਿੰਨੇ ਅੰਨ ਦੀ ਲੋੜ ਆ ਉਹਨਾਂ ਲਿਆਵਾਂਗੇ। ਬਾਅਦ ਦੇ ਵਿੱਚ ਜਦੋਂ ਆਪਣੇ ਕੋਲ ਆਇਆ ਉਹਨੂੰ ਦੱਸ ਕੇ ਮੋੜ ਆਵਾਂਗੇ, ਭਾਈ ਅਸੀਂ ਲੈ ਗਏ ਸੀ। ਸੋਚ ਹੁੰਦੀ ਹੈ ਪਿਆਰੇ। ਹੁਣ ਪਿਓ ਪੁੱਤਰ ਦੋਨੇ ਚਲੇ ਗਏ। ਪੁਰਾਣੇ ਸਮੇਂ ਦੇ ਵਿੱਚ ਕੋਠਿਆਂ ਦੇ ਉੱਪਰ ਮੋਗੇ ਰੱਖੇ ਹੁੰਦੇ ਸੀ, ਕੱਚੇ ਮਕਾਨ ਹੁੰਦੇ ਸੀ, ਵੀ ਇੱਕ ਤਾਂ ਰੋਸ਼ਨੀ ਪਵੇ, ਕਿਉਂ ਲਾਈਟਾਂ ਤਾਂ ਹੁੰਦੀਆਂ ਨਹੀਂ ਸੀ। ਐ ਖੁੱਲੇ ਖੁੱਲੇ ਦਲਾਨ ਬਣਾਏ ਹੁੰਦੇ ਵੀ ਉੱਪਰੋਂ ਰੋਸ਼ਨੀ ਪਵੇ, ਮੋਗੇ ਰੱਖੇ ਹੁੰਦੇ ਸੀ। ਦੂਸਰਾ ਹੁੰਦਾ ਸੀ ਵੀ ਗਰਮੈਸ਼ ਬਾਹਰ ਨਿਕਲ ਜੇ ਘਰ ਦੀ, ਮੋਗਿਆਂ ਰਾਹੀਂ ਉੱਪਰ ਛੱਤ ਤੇ ਰੱਖੇ ਹੁੰਦੇ। ਤੇ ਪਿਆਰਿਓ ਇਹ ਚਲੇ ਗਏ। ਉਹ ਜਿਹੜਾ ਦੁਕਾਨ ਸੀ, ਉਹਦੀ ਦੁਕਾਨ ਦੇ ਵਿੱਚ ਉੱਪਰੋਂ ਮੋਗੇ ਦੇ ਵਿੱਚ ਦੀ ਸੰਮਨ ਨੇ ਕੀ ਕਰਿਆ? ਆਪਣੇ ਪੁੱਤਰ ਨੂੰ ਸੇਊ ਨੂੰ ਵਾੜਤਾ। ਉਹ ਥੱਲੇ ਉਤਰਿਆ, ਉਤਰ ਕੇ ਐ ਦੇਖਦਾ ਕਿੱਥੇ ਕੀ ਪਿਆ, ਹਨੇਰਾ ਜਿਹਾ ਸੀ। ਤੇ ਉੱਪਰੋਂ ਪਿਤਾ ਨੇ ਹਾਕ ਮਾਰੀ, ਪੁੱਤਰ ਐਂ ਕਰੀ, ਲਾਲਚ ਨਹੀਂ ਕਰਨਾ, ਬਸ ਜਿੰਨੀ ਜ਼ਰੂਰਤ ਹੈ ਸ਼ੇਰ ਅੰਨ ਉਨਾ ਹੀ ਲੈ ਕੇ ਆਉਣਾ, ਜਿੰਨੀ ਜ਼ਰੂਰਤ ਹੈ। ਤੇ ਆਪਾਂ ਨੂੰ ਤਾਂ ਨਾ ਜੇ ਵੈਸੇ ਵੀ ਕੋਈ ਕਹਿ ਦੇਵੇ ਵੀ ਐਂ ਕਰ ਵੀ ਇੱਥੋਂ ਬੋਰੀ ਭਰ ਕੇ ਲੈ ਜਾ, ਜਿੰਨਾ ਲੋੜ ਹੈ ਅੰਨ ਵੈਸੇ ਕਹਿ ਦੇਵੇ ਲੈ ਜਾ। ਜੇ 20 ਕਿਲੋ ਦੀ ਲੋੜ ਆ, ਆਪਾਂ ਨੂੰ ਭਰਨ ਨੂੰ ਕਹਿ ਦੇਵੇ ਆਪਾਂ 40 ਕਿਲੋ ਭਰ ਲੈਂਦੇ ਹਾਂ, ਜਦੀ ਵੀ ਮਸਾਂ ਦਾ ਮੌਕਾ ਲੱਗਿਆ, ਕੋਈ ਦੇ ਰਿਹਾ ਤਾਂ ਲੈ ਲਓ। ਤੇ ਹੁਣੇ ਚੋਰੀ ਕਰਨ ਗਏ ਨੇ, ਮੋਗੇ ਦੇ ਵਿੱਚ ਦੀ ਉਤਰੇ ਨੇ। ਤੇ ਪਿਤਾ ਨੇ ਆਵਾਜ਼ ਮਾਰੀ, ਪੁੱਤਰ ਓਨਾ ਹੀ ਲਿਆਉਣਾ ਜਿਹਦੇ ਨਾਲ ਸਾਧੂ ਰੱਜ ਕੇ ਖਾ ਲੈਣ। ਤੇ ਇੰਨੇ ਨੂੰ ਆਵਾਜ਼ ਉਧਰ ਛੇੜ ਫਿਰਦਾ ਹੋਣਾ ਸਾਈਡ ਤੇ ਕਿਤੇ। ਇਹਨੇ ਕੀ ਕਰਿਆ?
ਉਹਨੇ ਭਰ ਕੇ ਨਾ ਜਿੰਨੇ ਅੰਨ ਦੀ ਜ਼ਰੂਰਤ ਸੀ ਇੱਕ ਪੋਟਲੀ ਬੰਨੀ ਤੇ ਆਪਣੇ ਪਿਤਾ ਨੂੰ ਉੱਪਰ ਫੜਾਤੀ। ਇਧਰੋਂ ਬਾਣੀ ਆ ਗਿਆ ਭੱਜ ਕੇ, ਉਹਨੇ ਦੇਖਿਆ ਚੋਰ 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 ਕਰਕੇ ਉਹਦੀਆਂ ਲੱਤਾਂ ਫੜ ਲਈਆਂ ਥੱਲੇ ਵੀ ਕਿਤੇ ਬਾਹਰ ਨਾ ਨਿਕਲ ਜਾਵੇ। ਹੁਣ ਆਪਣੇ ਪਿਤਾ ਨੂੰ ਕਹਿਣ ਲੱਗਿਆ, ਪਿਤਾ ਜੀ ਤੁਸੀਂ ਅੰਨ ਲੈ ਜਾਓ, ਸਾਧੂਆਂ ਨੂੰ ਭੋਜਨ ਛਕਾਓ, ਤੁਸੀਂ ਜਾਓ ਜਲਦੀ ਕਰੋ। ਪਿਤਾ ਜੀ ਉਹ ਅੰਨ ਲੈ ਕੇ ਘਰ ਨੂੰ ਚਲੇ ਗਏ। ਇੱਧਰ ਜਿਹੜਾ ਬਾਣੀਆ ਸੀ ਉਹਨੂੰ ਫੜੀ ਰੱਖਿਆ, ਉੱਥੇ ਫੜੀ ਖੜਾ, ਆਪਦੀ ਘਰ ਵਾਲੀ ਨੂੰ ਬਾਜਾ ਮਾਰਦਾ, ਲਿਆ ਰੱਸਾ, ਜਲਦੀ ਕਰ ਜਲਦੀ ਕਰ। ਤੇ ਪਿਆਰਿਓ ਉਹ ਰੱਸਾ ਬੰਨਣ ਲੱਗ ਗਈ। ਆ ਥੰਮ ਦੇ ਨਾਲ ਬੰਨ੍ਹਦੇ, ਥੰਮਲੇ ਖੜੇ ਹੁੰਦੇ ਸੀ, ਰੱਸਾ ਉਹਦੇ ਨਾਲ ਬੰਨਣ ਲੱਗ ਗਏ ਤੇ ਘਰੇ ਚਲਿਆ ਗਿਆ। ਘਰ ਵਾਲੀ ਨੂੰ ਜਾ ਕੇ ਅੰਨ ਫੜਾਇਆ। ਘਰ ਵਾਲੀ ਕਹਿੰਦੀ ਸੇਵ ਕਿੱਥੇ ਹੈ? ਕਹਿਣ ਲੱਗਿਆ ਉਹ ਤਾਂ ਬਾਣੀਏ ਨੇ ਫੜ ਲਿਆ। ਕਹਿਣ ਲੱਗੀ ਹੁਣ ਤਾਂ ਬਦਨਾਮੀ ਹੋ ਜੂ ਆਪਣੀ, ਬੜੀ ਲੋਕ ਲਾਹਨਤਾਂ ਪਾਉਣਗੇ, ਬੜੀ ਬੇਇੱਜ਼ਤੀ ਹੋਊਗੀ। ਤੇ ਪਿਆਰਿਓ ਮਾਤਾ ਨੇ ਭੋਜਨ ਫੜ ਲਿਆ, ਤੂੰ ਐਂ ਕਰ ਭੋਜਨ ਬਣਾ। ਇਹਨੇ ਕੀ ਕਰਿਆ, ਘਰ ਦੇ ਵਿੱਚ ਸੂਰੀ ਕਰਦ ਪਈ ਸੀ, ਉਹ ਚੱਕ ਲਈ, ਚੱਲ ਪਿਆ। ਹੁਣ ਉਧਰੋਂ ਸੇਠ ਦਾ ਪੁੱਤਰ ਫੜਿਆ ਹੋਇਆ, ਜਾ ਕੇ ਫੇਰ ਉੱਪਰ ਚੜ ਗਿਆ। ਕਹਿਣ ਲੱਗਿਆ ਪੁੱਤਰ ਤੂੰ ਕਿੱਥੇ ਐ? ਸੇਠ ਕਹਿੰਦਾ ਮੇਰਾ ਬੰਨਿਆ ਹੋਇਆ, ਕਿੱਥੇ ਆ? ਹੁਣ ਸਵੇਰੇ ਪਤਾ ਲੱਗੂ, ਭਗਤ ਬਣੇ ਫਿਰਦੇ ਹੋ ਤੁਸੀਂ। ਕਹਿਣ ਲੱਗਿਆ ਮੈਂ ਆਪਣੇ ਪੁੱਤ ਦੇ ਨਾਲ ਇੱਕ ਗੱਲ ਕਰਨੀ ਹੈ। ਗੱਲ ਕਰਾ ਦੇ। ਸਹੁੰ ਲੱਗੇ ਮੈਨੂੰ ਪਰਮਾਤਮਾ ਦੀ, ਮੈਂ ਇੱਕ ਗੱਲ ਕਰਕੇ ਮੈਂ ਚਲਿਆ ਜਾਊਂ। ਹੁਣ ਲੋਕਾਂ ਦੇ ਅੰਦਰ ਇੱਕ ਵਿਸ਼ਵਾਸ ਹੁੰਦਾ ਸੀ ਬਹੁਤ ਵੱਡਾ। ਲੋਕ ਜ਼ਬਾਨ ਦੇ ਬੜੇ ਪੱਕੇ ਹੁੰਦੇ ਸੀ ਉਦੋਂ। ਕੋਈ ਵੀ ਬੰਦਾ ਹੁੰਦਾ ਸੀ, ਜੇ ਇੱਕ ਵਾਰ ਕਿਸੇ ਨੂੰ ਕੋਈ ਜ਼ਬਾਨ ਦੇ ਦਿੰਦਾ ਨਾ, ਭਾਵੇਂ ਸੀਸ ਚਲਿਆ ਜਾਵੇ, ਜ਼ਬਾਨ ਤੋਂ ਨਹੀਂ ਸੀ ਮੁੱਕਰਦਾ। ਕਿਉਂਕਿ ਪੁਰਾਤਨ ਸਮੇਂ ਦੇ ਵਿੱਚ ਜਿਹਨੇ ਕੋਈ ਬਚਨ ਕਰ ਲਿਆ, ਉਹ ਕਹਿੰਦਾ ਸੀ ਮੇਰੀ ਮੁੱਸ ਦਾ ਸਵਾਲ ਹੈ, ਮੈਂ ਗੱਲ ਉਹਦੇ ਨਾਲ ਬਚਨ ਕਰਿਆ ਹੋਇਆ। ਕੋਈ ਵੀ ਬੰਦਾ ਹੁੰਦਾ ਸੀ। ਹੁਣ ਤਾਂ ਬਚਨ ਤੇ ਕੋਈ ਖੜਦਾ ਹੀ ਹੈ ਨਹੀਂ। ਅੱਗੇ ਤਾਂ ਨਾ ਜੇ ਕਿਸੇ ਨੂੰ ਕੋਈ ਕੰਮ ਸਿਖਾਉਂਦਾ ਹੈ, ਉਹਨੂੰ ਕਹਿੰਦਾ ਸੀ ਦੇਖੀ ਮੇਰੇ ਨਾਲ ਧੋਖਾ ਨਾ ਕਰੀ, ਆਹ ਨੂਣ ਦੀ ਚੁਟਕੀ ਖਾ ਲੈ, ਇਹਨੂੰ ਹਰਾਮ ਨਾ ਕਰੀ, ਆਪਦੇ ਬਚਨ ਤੋਂ ਨਾ ਹਾਰੀ। ਤੇ ਉਹ ਨੂਣ ਦੀ ਚੁਟਕੀ ਖਾ ਲੈਂਦਾ ਸੀ ਜਾਂ ਪਾਣੀ ਦੀ ਚੂੜੀ ਛੱਡ ਦਿੰਦਾ ਸੀ। ਉਹ ਜੀਵਨ ਪ੍ਰਿਅੰਤ ਆਪਦੇ ਬਚਨ ਤੋਂ ਨਹੀਂ ਸੀ ਹਾਰਦਾ। ਤੇ ਹੁਣ ਤਾਂ ਸਮਾਂ ਇਹੋ ਜਿਹਾ, ਭਾਵੇਂ ਬੋਰੀ ਨੂਣ ਦੀ ਖਵਾ ਦਿਓ, ਜਿੰਨੀਆਂ ਮਰਜ਼ੀ ਚੂੜੀਆਂ ਚੜਾ ਦਿਓ, ਇੱਥੇ ਗੱਲ ਕੁਛ ਹੋਰ ਕਰੂਗਾ ਤੇ ਇੱਥੇ ਜਵਾਨ ਕਰਕੇ ਜਾਊ। ਘਰੇ ਜਾ ਕੇ ਪਤਾ ਕੀ ਕਹੂਗਾ, ਮੇਰੇ ਤਾਂ ਘਰ ਦੇ ਨਹੀਂ ਮੰਨਦੇ, ਜਦੀ ਮੁੱਕਰ ਜਾਂਦਾ। ਕਿਉਂਕਿ ਜਵਾਨ ਤੇ ਕੋਈ ਖੜਦਾ ਨਹੀਂ। ਬਚਨ ਕਰੇ ਸੋ ਖਿਸਕ ਜਾਏ, ਬੋਲੇ ਨਰ ਕੱਚਾ। ਕਹਿੰਦੇ ਉਹ ਬੰਦਾ ਹੀ ਕਾਹਦਾ ਜਿਹੜਾ ਜਵਾਨ ਤੇ ਨਾ ਖੜੇ। ਆਵਾਜ਼ ਮਾਰੀ ਮੇਰੇ ਪੁੱਤਰ ਨਾਲ ਗੱਲ ਕਰਾ ਦੇ। ਪੁੱਤਰ ਵੀ ਕਹਿੰਦਾ ਸੇਠ ਜੀ ਮੇਰੇ ਪਿਤਾ ਨਾਲ ਬਸ ਮੇਰੀ ਲੱਤ ਬੰਨ ਕੇ ਰੱਖਿਓ, ਮੇਰਾ ਉੱਪਰ ਸਿਰ ਕੱਢ ਦਿਓ ਤੇ ਮੇਰੀ ਗੱਲ ਕਰਾ ਦਿਓ। ਕਹਿਣ ਲੱਗਿਆ ਠੀਕ ਹੈ, ਕਿਉਂਕਿ ਬਚਨ। ਹੁਣ ਉਹਨੇ ਤਾਹਾਂ ਨੂੰ ਚੱਕਿਆ, ਉਹਨੇ ਸਿਰ ਕੱਢਿਆ। ਪਿਤਾ ਕਹਿਣ ਲੱਗਿਆ ਪੁੱਤਰ ਹੁਣ ਆਪਣੀ ਬਦਨਾਮੀ ਹੋ ਜੂ, ਧਰਮ ਦੀ ਬਦਨਾਮੀ ਹੋ ਜੂ, ਹੁਣ ਕੀ ਕਰਿਆ ਜਾਵੇ? ਪੁੱਤਰ ਕਹਿਣ ਲੱਗਿਆ ਪਿਤਾ ਜੀ ਤੁਸੀਂ ਮੇਰਾ ਜਾਂ ਤਾਂ ਮੈਨੂੰ ਕਤਲ ਕਰ ਦਿਓ, ਮੈਂ ਨਹੀਂ ਮੂੰਹ ਦਿਖਾ ਸਕਦਾ ਕਿਸੇ ਨੂੰ। ਪਿਤਾ ਕਹਿਣ ਲੱਗਿਆ ਮੈਂ ਆ ਕਰਦ ਲੈ ਕੇ ਆਇਆ, ਮੈਂ ਤੇਰਾ ਸਿਰ ਵੱਢ ਕੇ ਲੈ ਜਾਣਾ। ਉਹ ਕਹਿੰਦਾ ਵੱਢ ਕੇ ਲੈ ਜਾ ਸਿਰ, ਪਰ ਕਿਤੇ ਧਰਮ ਦੀ ਬਦਨਾਮੀ ਨਾ ਹੋ ਜਾਵੇ, ਮੈਂ ਨਹੀਂ ਮੂੰਹ ਦਿਖਾ ਸਕਦਾ। ਕਹਿਣ ਲੱਗਿਆ ਜਲਦੀ ਕਰ। ਉਹਨੇ ਕਰਦ ਮਾਰੀ, ਇੱਥੋਂ ਗਲ ਵੱਢ ਲਿਆ। ਬੜਾ ਔਖਾ ਮਾਰ ਗਿਆ ਪਿਆਰਿਓ। ਇਹ ਕਿਤੇ ਸੌਖੀਆਂ ਗੱਲਾਂ ਥੋੜੀ ਨੇ। ਜੋ ਤੋ ਪ੍ਰੇਮ ਖੇਲਣ ਕਾ ਚਾਓ, ਸਿਰ ਧਰ ਤਲੀ ਗਲੀ ਮੋਰੀ ਆਓ। ਇਤ ਮਾਰਗ ਪੈਰ ਧਰੀਜੈ, ਸਿਰ ਦੀਜੈ ਕਾਣ ਨਾ ਕੀਜੈ। ਸਿਰ ਦੇਣਾ ਪੈਂਦਾ, ਐਵੇਂ ਨਹੀਂ। ਉਹਨੇ ਗਲ ਵੱਢਿਆ, ਉੱਪਰੋਂ ਗਲ ਵੱਢ ਕੇ ਲੈ ਗਿਆ, ਧੜ ਥੱਲੇ ਗਿਰ ਗਈ। ਹੁਣ ਲਿਜਾ ਕੇ ਜਿਹੜਾ ਸਿਰ ਸੀ, ਆਲੇ ਬਣਾਏ ਹੁੰਦੇ ਸੀ ਘਰਾਂ 'ਚ, ਐ ਕੰਸਾਂ ਜੀਆਂ ਮੂਹਰੇ ਕਈ ਵਾਰ ਲੱਕੜੀ ਦਾ ਐ ਆਲੇ ਬਣਾਏ ਸੀ, ਉਹਦੇ ਵਿੱਚ ਲਿਜਾ ਕੇ ਰੱਖਤਾ। ਇਧਰੋਂ ਧੜ ਥੱਲੇ ਡਿੱਗ ਪਈ। ਹੁਣ ਸੇਠ ਨੂੰ ਚਿੰਤਾ ਖੜੀ ਹੋ ਗਈ ਜਿਹਦੇ ਘਰ ਸੀ। ਹੁਣ ਘਰ ਜਾ ਕੇ ਜਦੋਂ ਐ ਰੱਖਿਆ ਨਾ, ਹੁਣ ਮਾਤਾ ਨੇ ਦੇਖਿਆ ਵੀ ਮੇਰਾ ਪੁੱਤਰ ਇਹਦਾ ਸਿਰ ਵੱਢ ਲਿਆਇਆ, ਮੇਰਾ ਤਾਂ ਪੁੱਤਰ ਗਿਆ। ਮਾਵਾਂ ਨੂੰ ਪੁੱਤਰ ਬੜੇ ਪਿਆਰੇ ਹੁੰਦੇ ਨੇ। ਜਿਵੇਂ ਮਾਵਾਂ ਨੂੰ ਪੁੱਤਰ ਪਿਆਰੇ ਨੇ, ਐਵੇਂ ਭਗਤ ਪ੍ਰਮਾਤਮਾ ਨੂੰ ਪਿਆਰੇ ਨੇ। ਹੁਣ ਐ ਲਿਜਾ ਕੇ ਜਦੋਂ ਸਿਰ ਰੱਖਿਆ ਨਾ, ਹੁਣ ਇੱਧਰ ਸੇਠ ਹੈ ਜਿਹੜਾ, ਉਹਨੂੰ ਹੱਥਾਂ ਪੈਰਾਂ ਦੀ ਪੈ ਗਈ ਵੀ ਮੇਰੇ ਘਰੇ ਤਾਂ ਬੰਦਾ ਮਰਿਆ, ਮੇਰੇ ਤਾਂ ਖੂਨ ਗਲ ਪੈ ਜੂ, ਕਿਸੇ ਨੇ ਨਹੀਂ ਸੁਣਨੀ ਗੱਲ।
ਕਿਸੇ ਨੇ ਨਹੀਂ ਸੁਣਨੀ ਗੱਲ। ਹੁਣ ਸੇਠ ਚਿੰਤਾ ਦੇ ਵਿੱਚ ਪੈ ਗਿਆ, ਸੋਚਦਾ ਹੁਣ ਕਰਾਂ ਤੇ ਕੀ ਕਰਾਂ। ਹੁਣ ਸੋਚਦਾ ਵੀ ਮੈਂ ਐਂ ਕਰਦਾ, ਮੈਂ ਸੰਮਣ ਦੇ ਘਰ ਜਾਣਾ, ਜਾ ਕੇ ਉਹਨੂੰ ਕਹਿਣਾ ਵੀ ਤੂੰ ਧੜ ਲੈ ਜਾ, ਭਾਵੇਂ ਅੰਨ ਵੀ ਹੋਰ ਲੈ ਜਾ, ਮੈਂ ਬਚ ਜਾ, ਕਿਤੇ ਮੇਰੇ ਖੂਨ ਨਾਲ ਗਲ ਪੈ ਜਾਵੇ, ਕਿਉਂਕਿ ਹਰ ਇੱਕ ਬਚਣਾ ਚਾਹੁੰਦਾ ਹੈ। ਉਹਨੇ ਕੀ ਕਰਿਆ, ਜਾ ਕੇ ਸੰਮਣ ਨੂੰ ਕਿਹਾ ਵੀ ਐਂ ਕਰ, ਤੂੰ ਆਪਣਾ ਪੁੱਤਰ ਨੂੰ ਮੇਰੇ ਘਰੋਂ ਲੈ ਜਾ, ਵੀ ਮੇਰੀ ਜਾਨ ਬਚ ਜਵੇ, ਨਹੀਂ ਮੇਰੇ ਖੂਨ ਗਲ ਪੈ ਜਾਊਗਾ। ਹੁਣ ਅੰਨ ਦੀ ਲੋੜ ਆ, ਅੰਨ ਲੈ ਲੈ, ਜਿਹੜੀ ਚੀਜ਼ ਦੀ ਲੋੜ ਆ ਲੈ ਲੈ। ਵਿਪਤਾ ਦੇ ਵਿੱਚ ਤਾਂ ਸਾਰਾ ਕੁਝ ਕਰਦਾ ਨਾ ਬੰਦਾ। ਉਹ ਕਹਿਣ ਲੱਗਿਆ ਠੀਕ ਹੈ। ਇਹ ਜਾ ਕੇ ਉਹ ਧੜ ਵੀ ਲੈ ਆਇਆ। ਹੁਣ ਲਿਆ ਕੇ ਅੰਦਰ ਨਾ ਧੜ ਤੇ ਸਿਰ ਨੂੰ ਜੋੜ ਕੇ ਐ ਰੱਖਤਾ, ਪਾਤਾ ਉੱਪਰ ਕੱਪੜਾ ਪਾਤਾ ਫਟਿਆ ਪੁਰਾਣਾ ਜੋ ਸੀ। ਹੁਣ ਇਧਰੋਂ ਸੰਤ ਆਏ, ਮਾਤਾ ਨੇ ਭੋਜਨ ਤਿਆਰ ਕਰ ਲਿਆ। ਭੋਜਨ ਤਿਆਰ ਕਰਕੇ ਸਾਧੂਆਂ ਵਾਸਤੇ ਪੰਗਤ ਲਾ ਲਈ। ਹੁਣ ਉਹ ਤਾਂ ਕਸਵੱਟੀ ਸੀ ਨਾ, ਤੇ ਪਿਆਰਿਓ ਜਦੋਂ ਪੰਗਤ ਲਾ ਲਈ ਤੇ ਸੰਮਣ ਕਹਿਣ ਲੱਗਿਆ ਆਓ ਮਹਾਰਾਜ ਭੋਜਨ ਸਕੋ। ਪੁਰਾਣੇ ਸਮੇਂ ਦੇ ਵਿੱਚ ਪੱਤਲਾਂ ਤੇ ਖਾਂਦੇ ਸੀ। ਆ ਜਿਹੜੇ ਬਰੋਟੇ ਦੀ ਪਲਾਹ ਪਲੂ ਦੀ ਪੱਤਲ ਬਣਾਈ ਜਾਂਦੀ ਸੀ, ਐ ਪੱਤਲਾਂ ਰੱਖ ਲੀਆਂ। ਹੁਣ 3 ਸੰਤ ਨੇ ਤੇ ਮਹਾਤਮਾ ਜੀ, ਉਹ ਤਾਂ ਜਾਣਦੇ ਹੀ ਨੇ, ਅੰਤਰਜਾਮੀ ਨੇ, ਸਾਧੂਆਂ ਤੋਂ ਕੀ ਸੁਪਿਆ, ਉਹ ਤਾਂ ਆਪ ਭਗਵਾਨ ਨੇ, ਖੁਦ ਕਬੀਰ ਸਾਹਿਬ ਮਹਾਰਾਜ ਜੀ ਨੇ, ਸਤਿਗੁਰੂ ਨੇ। ਕਹਿਣ ਲੱਗੇ ਵੀ ਐਂ ਕਰੋ, ਇੱਕ ਪੱਤਲ ਹੋਰ ਰੱਖ ਦੋ। ਕਹਿੰਦੇ ਕਾਹਦੇ ਵਾਸਤੇ? ਕਹਿੰਦੇ ਤੁਹਾਡੇ ਬੇਟੇ ਨੂੰ ਵੀ ਨਾਲੇ ਸਿਕਾਉਣਾ। ਕਹਿਣ ਲੱਗੇ ਬੇਟੇ ਨੂੰ? ਕਹਿਣ ਲੱਗੇ ਵੀ ਮਹਾਰਾਜ ਬੇਟਾ ਤਾਂ ਇੱਥੇ ਹੈ ਨਹੀਂ। ਕਹਿਣ ਲੱਗੇ ਬੁਲਾਓ। ਹੁਣ ਮਾਂ ਪਤਾ ਕੀ ਕਹਿੰਦੀ ਕੋਲੇ ਬੈਠੀ, ਮਹਾਰਾਜ ਜੀ ਉਹ ਤਾਂ ਬਾਹਰ ਦੂਰ ਗਿਆ ਹੋਇਆ। ਮਹਾਂਪੁਰਖ ਕਹਿੰਦੇ ਬੁਲਾਓ। ਮਾਂ ਕਹਿੰਦੀ ਹੈ ਉੱਥੇ ਬਾਜ ਨਾ ਗੁਰੂ ਜੀ ਮੇਰੀ ਜਾਵੇ, ਵਾਹਿਗੁਰੂ ਜਿੱਥੇ ਮੇਰਾ ਪੁੱਤਰ ਗਿਆ। ਬਾਜ ਨਾ ਗੁਰੂ ਜੀ ਮੇਰੀ ਜਾਵੇ, ਜਿੱਥੇ ਮੇਰਾ ਪੁੱਤਰ ਗਿਆ। ਉੱਥੇ ਬਾਜ ਨਾ ਗੁਰੂ ਜੀ ਮੇਰੀ ਜਾਵੇ, ਉਹ ਜਿੱਥੇ ਜਿੱਥੇ ਮੇਰਾ ਪੁੱਤਰ ਗਿਆ। ਜਿੱਥੇ ਮੇਰਾ ਜੀ ਪੁੱਤਰ ਗਿਆ, ਜਿੱਥੇ ਮੇਰਾ ਜੀ ਪੁੱਤਰ ਗਿਆ। ਉਹ ਜਿੱਥੇ ਮੇਰਾ ਜੀ ਪੁੱਤਰ ਗਿਆ, ਉਹ ਜਿੱਥੇ ਉਹ ਜਿੱਥੇ ਮੇਰਾ ਪੁੱਤਰ ਗਿਆ।
ਸੰਤਾਂ ਨੂੰ ਮਹਾਰਾਜ ਜੀ ਉਹ ਬਾਹਰ ਗਿਆ ਹੋਇਆ, ਕਹਿੰਦੇ ਬੁਲਾ ਲਓ। ਤਾਂ ਮਾਂ ਤਾਂ ਮਾਂ ਹੁੰਦੀ ਹੈ ਨਾ, ਪਰ ਮਾਂ ਭਗਤੀ ਦੇ ਵਿੱਚ ਰਤੀ ਹੋਈ ਹੈ, ਗਿਆਨ ਦੇ ਵਿੱਚ ਰਤੀ ਹੋਈ ਹੈ, ਆਨੰਦ ਦੇ ਵਿੱਚ ਸੇਵਾ ਕਰ ਰਹੀ ਹੈ। ਮੇਰੇ ਘਰ ਸੰਤ ਰੱਬ ਆਇਆ ਹੋਇਆ ਹੈ ਤੇ ਮਹਾਂਪੁਰਖ ਕਹਿੰਦੇ ਬੁਲਾਓ। ਮਹਾਰਾਜ ਜੀ ਮੇਰੀ ਉੱਥੇ ਆਵਾਜ਼ ਨਹੀਂ ਜਾਂਦੀ ਜਿੱਥੇ ਮੇਰਾ ਪੁੱਤਰ ਗਿਆ ਹੋਇਆ ਹੈ। ਹੁਣ ਮਹਾਂਪੁਰਖ ਤਾਂ ਜਾਣਦੇ ਨੇ, ਘਟ ਘਟ ਕੇ ਅੰਤਰ ਕੀ ਜਾਣਤ, ਭਲੇ ਬੁਰੇ ਕੀ ਪੀਰ ਪਛਾਨਤ। ਉਹ ਤਾਂ ਸਭ ਕੁਝ ਜਾਣਦੇ ਨੇ। ਹੁਣ ਮਹਾਂਪੁਰਖਾਂ ਨੂੰ ਮਹਾਰਾਜ ਕਹਿੰਦੇ ਆ, ਆਪਾਂ ਸੰਤਾਂ ਨੂੰ ਮਹਾਰਾਜ ਕਹਿੰਦੇ ਆ ਨਾ। ਮਹਾਰਾਜ ਕਿਉਂ ਕਹਿੰਦੇ ਆ? ਤੇ ਸੰਸਾਰ ਦਾ ਜੇ ਕੋਈ ਉੱਚੇ ਅਹੁਦੇ ਤੇ ਚਲਿਆ ਜਾਂਦਾ ਉਹਨੂੰ ਰਾਜਾ ਕਹਿ ਦਿੰਦੇ ਆ, ਪਰ ਮਹਾਂਪੁਰਖਾਂ ਨੂੰ ਮਹਾਰਾਜ ਕਹਿੰਦੇ ਆ। ਮਹਾਰਾਜ ਦਾ ਮਤਲਬ ਹੁੰਦਾ ਜਿਹੜਾ ਮਨ ਦੀ ਜਾਣਨ ਵਾਲਾ ਹੋਵੇ, ਜਿਹੜਾ ਸਾਡੇ ਮਨਾਂ ਦੀਆਂ ਜਾਣਦਾ ਹੋਵੇ, ਉਹਨੂੰ ਮਹਾਰਾਜ ਕਹਿੰਦੇ ਆ। ਤੇ ਕਹਿਣ ਲੱਗੇ ਮਹਾਰਾਜ ਉੱਥੇ ਮੇਰੀ ਆਵਾਜ਼ ਨਹੀਂ ਜਾਂਦੀ ਜਿੱਥੇ ਮੇਰਾ ਪੁੱਤਰ ਗਿਆ ਹੋਇਆ ਹੈ। ਹੁਣ ਮਹਾਂਪੁਰਖ ਤਾਂ ਜਾਣਦੇ ਨੇ। ਮਹਾਂਪੁਰਖ ਕਹਿੰਦੇ ਭਾਈ ਅੰਦਰ ਕੌਣ ਪਿਆ ਹੈ? ਅੰਦਰ ਕੌਣ ਪਿਆ ਹੈ? ਤੇ ਪਿਆਰਿਓ ਸੰਮਣ ਕਹਿਣ ਲੱਗਿਆ ਜੀ ਸੇਊ ਪਿਆ, ਮੇਰਾ ਪੁੱਤਰ ਪਿਆ। ਕਹਿਣ ਲੱਗੇ ਫਿਰ ਬੁਲਾਓ। ਮਾਂ ਫੇਰ ਕਹਿੰਦੀ ਮਹਾਰਾਜ ਉਹ ਬੋਲਦਾ ਨਹੀਂ ਹੈ। ਮਹਾਂਪੁਰਖ ਕਹਿੰਦੇ ਬੋਲਦਾ ਕਾਹਤੇ ਨਹੀਂ? ਕਹਿੰਦੇ ਸਾਡਾ ਬੁਲਾਇਆ ਨਹੀਂ ਬੋਲਦਾ। ਇਹ ਤਾਂ ਹੁਣ ਤੁਸੀਂ ਉਹ ਬੁਲਾ ਸਕਦੇ ਹੋ। ਮਹਾਂਪੁਰਖਾਂ ਨੂੰ ਮਾਂ ਕਹਿੰਦੀ ਹੈ, ਪਤਾ ਕੀ ਕਹਿੰਦੀ? ਕਿਉਂਕਿ ਰੱਬ ਜਾਣਦੀ ਹੈ ਉਹ ਰੱਬ ਦੇ ਪਿਆਰਿਆਂ ਨੂੰ, ਕਿਉਂਕਿ ਸਾਧੂ ਰੂਪ ਰੱਬ ਦਾ ਭਲਾ ਕਰਦੇ ਸਭ ਦਾ। ਪਿਆਰਿਓ ਮਹਾਂਪੁਰਖਾਂ ਨੂੰ ਪਤਾ ਕੀ ਕਹਿੰਦੀ? ਮਹਾਰਾਜ ਸਾਡਾ ਬੁਲਾਇਆ ਨਹੀਂ ਬੋਲਦਾ। ਹਾਕ ਮਾਰ ਕੇ ਬੁਲਾ ਲੈ ਮੇਰੇ ਪ੍ਰੀਤਮਾ, ਵਾਹਿਗੁਰੂ ਮੇਰਾ ਨਹੀਂ ਬੁਲਾਇਆ ਬੋਲਦਾ।
ਤੁਸੀਂ ਉਹ ਬੁਲਾ ਸਕਦੇ ਹੋ। ਮਹਾਂਪੁਰਖ ਕਹਿੰਦੇ ਭਾਈ ਸੋਡਾ ਬੁਲਾਇਆ ਕਾਹਤੇ ਨਹੀਂ ਬੋਲਦਾ? ਮਹਾਰਾਜ ਜੀ ਆਪ ਜੀ ਨੂੰ ਸਭ ਕੁਝ ਪਤਾ ਹੀ ਹੈ, ਤੁਸੀਂ ਅੰਤਰਜਾਮੀ ਹੋ। ਕਬੀਰ ਸਾਹਿਬ ਮਹਾਰਾਜ ਜੀ ਉੱਠੇ ਤੇ ਐ ਜਲ ਦਾ ਸਿੱਟਾ ਲਿਆ, ਜਲ ਲਿਆ ਕੋਲੇ। ਸੇਊ ਉੱਠ ਭਾਈ, ਸੇਊ ਉੱਠ, ਭੋਜਨ ਤਿਆਰ ਹੈ, ਭੋਜਨ ਛਕ। ਅਸੀਂ ਸਾਰੇ ਤੇਰੀ ਉਡੀਕ ਦੇ ਵਿੱਚ ਬੈਠੇ ਹਾਂ, ਅਸੀਂ ਵੀ ਭੋਜਨ ਛਕਣਾ, ਤੇਰੇ ਨਾਲ ਹੀ ਛਕਣਾ ਹੈ। ਹੁਣ ਪਿਆਰਿਓ ਜਦੋਂ ਆਏ ਜਲ ਦਾ ਸਿੱਟਾ ਦਿੱਤਾ ਨਾ, ਹੁਣ ਸਿਰਤਾ ਜੋੜ ਕੇ ਰੱਖੇ ਹੋਇਆ ਸੀ ਨਾਲ, ਤੇ ਪਿਆਰਿਓ ਨਾਲ ਦੀ ਨਾਲ ਜਦੋਂ ਆਏ ਕੱਪੜਾ ਖਿੱਚਿਆ, ਨਾਲ ਦੀ ਨਾਲ ਉੱਠ ਕੇ ਬੈਠ ਗਿਆ, ਨਾਲ ਦੀ ਨਾਲ, ਕਿਉਂਕਿ ਉਹ ਤਾਂ ਸਮਰੱਥ ਸੀ ਨਾ ਕਬੀਰ ਸਾਹਿਬ ਮਹਾਰਾਜ ਜੀ। ਮੁਰਦੇ ਸੇ ਜਿੰਦਾ ਕਰ ਡਾਰੇ, ਉਹ ਤਾਂ ਮੁਰਦਿਆਂ ਨੂੰ ਜਿਉਂਦੇ ਕਰ ਦਿੰਦੇ ਨੇ। ਇਸੇ ਕਰਕੇ ਮਹਾਂਪੁਰਖ ਕਹਿੰਦੇ ਨੇ ਮੋਏ ਪੈਚ ਸਵਾਸ ਪਾਤੇ ਸੰਤਾਂ ਨੇ, ਵਾਹਿਗੁਰੂ ਵਿਸੜੇ ਮਲਾਤੇ ਆਣ ਕੇ। बिछड़े मिलाते आन के, प्यारे जी विछड़े मिलाते आन के, प्यारे जी विछड़े मिलाते आन के। ओ प्यारे जी विछड़े मिलाते आन के, प्यारे ओ विछड़े मिलाते आन के। प्यारे जी बिछड़े मनाते आन के, प्यारे ओ विछड़े मिलाते आन के। मोए पैच सवास पत संतां ने, 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 पैच सुभाष पत संतां ने, मोए पैच सवास पत संतां ने, पैच सवास पत संतां ने, विछड़े मिलाते आन के। पैच सवास पत संतां ने, विछड़े मिलाते आन के। ओए पैच सुभाष पाते संतां ने, बिछड़े मिलाते आन के। मोए पैच सुभाष पाते संतां ने, ओ बिछड़े मिलाते आन के। पैच सुभाष पाते संतां ने, बिछड़े मिलाते आन के। मोए पैच सुभाष पाते संतां ने, बिछड़े मिलाते आन के। ਕਹਿੰਦੇ ਮੋਏ ਪੈਚ ਸਵਾਸ ਪਾਤੇ ਉੱਠ ਕੇ ਬੈਠਾ ਹੋ ਗਿਆ, ਨਾਲ ਭੋਜਨ ਛਕਾਇਆ ਹੈ। ਤੇ ਪਿਆਰਿਓ ਕਿਉਂਕਿ ਭਗਤੀ ਕਰਨੀ ਬੜੀ ਔਖੀ ਹੈ, ਆਪ ਗਵਾਈਏ ਤਾਂ ਸੋ ਪਾਈਏ। ਕਹਿੰਦੇ ਭਗਵਾਨ ਜੀ ਉੱਥੇ ਆਪਣੇ ਰੂਪ ਦੇ ਵਿੱਚ ਆ ਗਏ, ਵਿਸ਼ਨੂੰ ਭਗਵਾਨ ਦੇ ਰੂਪ ਦੇ ਵਿੱਚ ਆ ਗਏ ਕਬੀਰ ਸਾਹਿਬ ਮਹਾਰਾਜ। ਜਦੋਂ ਭਗਵਾਨ ਦੇ ਰੂਪ ਦੇ ਵਿੱਚ ਆਏ ਕਹਿਣ ਲੱਗੇ ਦੱਸੋ ਭਾਈ ਤੁਹਾਡੀ ਸੇਵਾ ਤੇ ਅਸੀਂ ਖੁਸ਼ ਹਾਂ। ਆਪਾਂ ਤਾਂ ਉਹੀ ਨਾ ਥੋੜਾ ਜਿਹਾ ਦਾਨ ਕਰਕੇ, ਅਹਰਨ ਕੀ ਚੋਰੀ ਸੂਈ ਕਾ ਦਾਨ, ਕੋਠੇ ਚੜ ਕੇ ਦੇਖਦੇ ਕਦ ਆਵੇ ਭਗਵਾਨ। ਭਗਵਾਨ। ਕਹਿੰਦੇ ਚੋਰੀ ਤਾਂ ਅਹਰਨ ਦੀ ਕਰਨੀ ਆ, ਇੰਨੇ 60-70 ਕਿਲੋ ਲੋਹੇ ਦੀ, ਤੇ ਇੱਕ ਸੂਈ ਦਾ ਦਾਨ ਕਰਕੇ ਕਹਿੰਦੇ ਨੇ ਭਗਵਾਨ ਹਜੇ ਆਇਆ ਹੀ ਨਹੀਂ, ਦਾਨ ਤਾਂ ਬਹੁਤ ਕਰਦੇ ਆ। ਤੇ ਪਿਆਰਿਓ ਆਏ ਨਹੀਂ ਰੱਬ ਆਉਂਦਾ।
ਰੱਬ ਆਉਂਦਾ ਭਾਵਨਾ ਦੇਖ ਕੇ, ਰੱਬ ਆਉਂਦਾ ਸਰਦਾ ਦੇਖ ਕੇ, ਰੱਬ ਆਉਂਦਾ ਵਿਸ਼ਵਾਸ ਦੇਖ ਕੇ, ਨਿਹਚਾ ਦੇਖ ਕੇ। ਨਿਹਚੇ ਉੱਪਰ ਰੀਝੇ ਗਾਰੇ ਕੋਟ ਕਰਮ ਜਰ ਜਾਏ ਤੁਮਾਰੇ। ਹੁਣ ਐਡਾ ਨਿਹਚਾ ਪੁੱਤਰ ਨੂੰ ਐ ਕੱਟਤਾ, ਸੀਸ ਕੱਟਤਾ, ਘਰ 'ਚ ਰੱਖਿਆ, ਫਿਰ ਵੀ ਸਾਧੂਆਂ ਨੂੰ ਭੋਜਨ ਸਿਖਾਉਂਦੇ ਨੇ। ਮਹਾਰਾਜ ਜੀ ਭੁੱਖੇ ਨਾ ਜਾਇਓ ਸਾਡੇ ਘਰ ਦੇ ਵਿੱਚ, ਕਿਉਂਕਿ ਜੇ ਅਤਿਥੀ ਭੁੱਖਾ ਮਰ ਗਿਆ ਤਾਂ ਸਾਨੂੰ ਪਾਪ, ਭੁੱਖਾ ਮੁੜ ਗਿਆ ਤਾਂ ਸਾਨੂੰ ਪਾਪ ਲੱਗ ਜੂਗਾ, ਸਾਨੂੰ ਅਪਰਾਧ ਲੱਗ ਜੂ। ਇਸੇ ਕਰਕੇ ਕਹਿੰਦੇ ਅਤਿਥੀ ਦੇਵੋ ਭਵ। ਕਹਿੰਦੇ ਅਤਿਥੀ ਨੂੰ ਵਿਸ਼ਨੂੰ ਭਗਵਾਨ ਦਾ ਰੂਪ ਜਾਣ ਕੇ ਸੇਵਾ ਕਰਨੀ ਹੈ। ਕਹਿੰਦੇ ਭਗਵਾਨ ਦਾ ਰੂਪ ਧਾਰਨ ਕਰਕੇ ਹੁਣ ਭਗਵਾਨ ਖੁਸ਼ ਹੋਇਆ, ਕਹਿਣ ਲੱਗਿਆ ਤੁਹਾਡੀ ਸੇਵਾ ਤੇ ਅਸੀਂ ਖੁਸ਼ ਹਾਂ, क्योंकि सिर साटे की भक्तें और कसू नहीं बात सिर के साटे पाइए अवगत अलख अनाथ शीस तुम्हारा जाएगा कर सतगुर को दान मेरी मेरा साड़ दे जो ही गोए मैदान। ते प्यारे असी पता किहो जे भगत साडी भगती किहो जी है। असी ना कोई कहंदे खंजूर ते चढ़ गया उच्ची खंजूर ते जदों खंजूर ते चढ़ना तो सौखा है, उतरना औखा बहुत है। चढ़ना भी वैसे औखा ही है, उतरना उदों भी औखा। खंजूर लंबी बहुत सी ते जदों खंजूर ते चढ़िया ना, जदों थल्ले नूं देखिया ऐं लगदा भी मेरे हथ सुट जाणगे, थल्ले उतरूंगा किवें, चिंता खड़ी हो गई, कदे चढ़िया नहीं सी दरख्त ते उपर बेनतियां कर लग गया, महाराज जे तू मेरे ते कृपा कर देवें तां मैं 1100 दा प्रसाद वंडूंगा। बेनती आपां भी सुखा सुख लैने आ, जे विपता जी पै जावे कोई ते प्यारे थोड़ा जिहा थल्ले आया, 4 हिस्सियां चों एक हिस्सा थल्ले आ गया ते उत्थे काके कहंदा भी महाराज देख मैं सुख सुखी है, मैं अपने वादे ते पूरा उतरूंगा। जे 1100 दी देग ना कराई तां 750 दी तां मैं कराऊं पक्का, मैं मुकरदा नहीं। थोड़ा जिहा होर थल्ले आ गया, अध च आ गया, अध च आके कहंदा महाराज मैं सुख सुखी है, मैं मुकरदा नहीं है। जे 1100 दी नहीं 700 दी नहीं तो 550 दी तो कराऊँ कराऊँ। थोड़ा जिहा होर थल्ले आ गया, जदों चौथा किस्सा रह गया कहंदा महाराज मैं मुकरदा नहीं, जे मैं 550 दी ना कराई तो 250 दी तो कराऊँ कराऊँ। ते जदों थल्ले उतरिया ना ऐ लग्या उतरिया भी मैं आप हाँ, जोर भी मेरा लगे, रब ने उत्थे की करिया, मैं एवें सुखा सुखी जाना। ये भगत इहो जी। गुरु कहंदा तू सेवा कर, तू बचना ते खड़, तू जेड़ा बचन एक बार कर लिया वो तो कदे हारी ना, ते गुरु तेरे बेड़े पार ला दू। किते जिंदगी मुक गई तैनू तो बार बार गुरु की लोड़ पैनी है, हुण तू गुरु नू धोखा देना है, फिर गुरु ने कदे खड़ना नहीं जे तू गुरु के बचना ते ना खड़िया। बचन तो तैं आपे करे, आपे मुकर गया। बचन करे सो खिसक जाए, बोले नर कच्चा। ये मिनट च बैठा बैठा आए सुखा सुख लूगा तो फिर पूरा किते भी नहीं उतरदा। इस करके प्यारिओ हुण भगवान खुश हो गए, क्योंकि ये गुरु दे नाल बचन करिया सी। घर दे विच साधु आ गया, उहनूं भगवान जान के सेवा करांगे ते सेवा करी पुੱਤ ਨੂੰ ਵਾਰਤਾ ते अज भगवान प्रगट हो गए। हुण भगवान कहंदे ने, क्योंकि रात भी बोलिया सी ना, खुदी को कर बुलंद इतना कि हर तकदीर से पहले खुदा बंदे को जे पूछे बता तेरी रजा क्या है। हुण असीं करना कतरना तां कख नहीं, ते असीं मंदिरां दे विच खड़े रहने आ। रात दस्सिया सी ना, उही अरदासां करी जाने आ फोकियां ही, कोई सेवा नहीं, सेवा नहीं गहली रे फल मांगे पहली रे जे दुनी रवैली रे। कोई सेवा नहीं, कोई पूजा नहीं, कोई अर्चना नहीं, कोई भावना नहीं, उही बस लैन बना के आ भी हो जे, आ भी हो जे, आ भी हो जे। ते प्यारिओ हुण भगवान पुछदे ने दसो की चाहीदा, सेव ते संबन नूं नेकी नूं। असीं सोडी सेवा ते खुश हां, जिवें धन्ने ते खुश होया सी भगवान। दस तैनूं की चाहीदा। हुण भगवान कहंदे ने भी दसो सोनू सारी दुनिया का राजा बना दिए। बाणी कहती है ना, देंदियां दे लैंदे थक पाए। इन्ना दिंदे ने परमात्मा, पर ओदा कोई हो जावे, जे परमात्मा का कोई हो जावे, इत्थे बाना परमात्मा का औखा है। हुण आपां इन्ने जाने जुड़े हैं, ध्यान दिओ कि असीं रब दे नाल जुड़े हैं, कि असीं आ बाबा जी की जगह है, फक्कर साईं जी की भावना दे नाल जुड़े हैं। मैं नहीं मनदा, क्यों?
क्योंकि जे साडी एडी भावना हुंदी 3 दिन हो गए पाठ चलदे नूं असीं तां बाणी दे मूहरों ना उठदे। झाड़ू मारदे मैं तां कद्दा देखदा भोग भी पै गया, सारे पकौड़ियां नूं जुटे होए सी भी खा लीए, फिर पता नहीं मिलन ना मिलना। पर जिहड़ा लाहा लेना सी वो तां असीं लिया नहीं ना, वो तां बहुत घट लिया। बाणी असीं नहीं सुनी, सेवा असीं नहीं करी, खाया ते भांडे भी रख के तुर गए भी वो भी कोई होरे मांज दूगा, क्योंकि असीं जुड़े नहीं होए। सच है, जदों जुड़ गए फिर कहांगे एक सवास भी परमेश्वर दे नाम तो बिना खाली ना जावे। ते प्यारे कोई सिण भी खाली ना लंघ जे जदों सेवा तो बिना होवे। सेवा करा मैं रज के, क्योंकि ये तां सेवक आचा रे दिखलावे, आंचा रे सेवा नहीं गहली रे फल मांगे। पहली रे मैं देखिया इत्थे कई अरदास करदे, उही अरदास महाराज आ कर दिओ आ कर दिओ, ऐ थोड़ी हुंदा है। ते प्यारिओ हुण खुद ही नूं इन्नी बुलंद कर कि भगवान आप खड़ा हो जे तेरी सेवा ते खुश हो के। ते सेव समन नूं परमात्मा पता की कहंदा है, समन नूं कहंदे ने ओ सेव ओ समन ए नेकी जे कहे तां बना दियां राजा दुनिया दा, राजे बना दियां राजे। असीं तां उही माड़ियां माड़ियां चीज़ां मंगी जाने आ, कदे ओहदे बन के तां देखो ऐं कहूगा। जे कहे तां बना दिया राजा दुनिया दा, मन चाहुंदे मंग मुक्ति। कहे तां बना दिया राजा दुनिया दा, मन चाहुंदे मंग मुक्ति। तां बना दिया राजा दुनिया दा, मन चाहुंदे मंग मुक्ति। राजा दुनिया दा ओ मन चाहुंदा राजे बना दिए, सत्रपादी राजे बना दिए सोना नूं। नहीं तो फिर सोनू जे मन चाहता तो मुक्ति मंग लो, सोनू मुक्ति भी दे देना। पर जेडे सेवक ने वो फिर मंगते नहीं कुछ। वो की कहते ने, राज ना चाहूं मुक्त ना चाहूं, मन प्रीत चरण कमलारे। हे भगवान, ना राज की लोड़ है ना मुक्ति की लोड़ है, मैनू तो बस एक चीज चाहिए है, प्रीति दे दिओ चरना